ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਤਨਜੀਤ ਘੁੰਮਣ। ਸੋ ਹਾਸਰਾਂ ਚ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਹੁਣ ਤੱਕ ਦੀ ਤਾਜ਼ਾ ਅਪਡੇਸ਼ਨ। ਸੋ ਜੇਕਰ ਤੁਹਾਡਾ ਵੀ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਅੱਜ ਜੋ ਲੇਟੈਸਟ ਇਸ ਵਕਤ ਅਪਡੇਸ਼ਨ ਆਈ ਹੈ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅੱਜ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਜੀ ਸਟੂਡੀਓ ਵਿੱਚ ਮੌਜੂਦ ਨੇ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ-ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਰ? ਬਹੁਤ ਵਧੀਆ ਜੀ। ਇਮੀਗ੍ਰੇਸ਼ਨ ਦੀ ਗੱਲ ਕਰੀਏ, ਅਸੀਂ ਦੇਖ ਰਹੇ ਹਾਂ ਕਿ ਸਾਰੇ ਪਾਸੇ ਇਸ ਵਕਤ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਹੈ। ਇਸ ਵਕਤ US ਦੇ ਵਿੱਚ ਵੀ ਕਾਫੀ ਹੁਣ ਬਿਆਨ ਤੇ ਬਿਆਨ ਜਿਹੜੇ ਆ ਲਗਾਏ ਜਾ ਰਹੇ ਨੇ। ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਇਸ ਵੇਲੇ ਕੀ ਹਾਲਾਤ ਹੈਗੇ ਇਮੀਗ੍ਰੇਸ਼ਨ ਸਿਸਟਮ ਦੇ? ਤਰਨ ਬਿਲਕੁਲ ਤੁਸੀਂ ਸਹੀ ਕਿਹਾ। ਯੂਨਾਈਟਿਡ ਸਟੇਟਸ ਦੇ ਜੋ ਹਾਲਾਤ ਨੇ ਉਹਦੇ ਹਿਸਾਬ ਨਾਲ ਸਭ ਤੋਂ ਪਹਿਲੀ ਅਪਡੇਟ ਤਾਂ ਇਹ ਹੈਗੀ ਹੈ ਕਿ ਜਿਹੜਾ ਬਾਰਡਰ ਕਲੋਜ਼ਰ ਹੈਗਾ ਉਹ ਹੁਣ 21 ਅਗਸਤ ਤੱਕ ਵਧਾ ਦਿੱਤਾ ਗਿਆ। ਪਹਿਲਾਂ ਇਹ 21 ਜੁਲਾਈ ਨੂੰ ਖਤਮ ਹੋਣਾ ਸੀ। ਹੁਣ ਕੈਨੇਡਾ ਯੂਨਾਈਟਿਡ ਸਟੇਟਸ ਬਾਰਡਰ ਹੈ ਜਿਹੜਾ ਉਹ 21 ਅਗਸਤ ਤੱਕ ਬੰਦ ਰਹੂਗਾ। ਪਰ ਇਹਦੇ ਨਾਲ ਨਾਲ ਜਿੱਥੇ ਬਾਰਡਰ ਨੇ ਬੰਦ ਰਹਿਣਾ ਹੈਗਾ, ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੈਨੇਡਾ ਦੇ ਵਿੱਚੋਂ ਆਪਣੇ ਵਰਕ ਪਰਮਿਟ ਨੂੰ ਲੈਣਾ ਹੁੰਦਾ ਉਹਨਾਂ ਨੇ ਬਾਰਡਰ ਤੇ ਜਾ ਕੇ, ਉਹਨਾਂ ਲਈ ਲੰਬੇ ਸਮੇਂ ਤੋਂ ਇਹ ਰੋਕ ਹੈ ਜਿਹੜੀ ਉਹ ਲੱਗੀ ਹੋਈ ਸੀਗੀ। ਸੋ ਇਸੇ ਚੀਜ਼ ਨੂੰ ਕਿ ਬਾਰਡਰ ਬੰਦ ਹੈ, ਬਹੁਤ ਵੱਡਾ ਬੈਕਲੌਗ ਕ੍ਰੀਏਟ ਹੋ ਰਿਹਾ ਸੀਗਾ। ਸੋ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਹੁਣ ਜਿਹੜੇ 4 ਇਹੋ ਜਿਹੇ ਬਾਰਡਰਸ ਹੈਗੇ ਨੇ, 5 ਇਹੋ ਜਿਹੇ ਬਾਰਡਰਸ ਹੈਗੇ ਨੇ ਜਿਹੜੇ ਖੋਲ੍ਹ ਦਿੱਤੇ ਨੇ ਜਿੱਥੇ ਫਲੈਗ ਪੋਲਿੰਗ ਜਾਂ ਤੁਸੀਂ ਜਾ ਕੇ ਵਰਕ ਪਰਮਿਟ ਲੈ ਸਕਦੇ ਹੋ। ਉਹਦੇ ਚੋਂ ਫੋਰਟ ਈਰੀ ਹੈਗਾ, ਨਿਆਗਰਾ ਫਾਲਸ ਰੇਨਬੋ ਬ੍ਰਿਜ, ਤੇ ਇਹਦੇ ਨਾਲ ਜਿਹੜਾ ਨਿਆਗਰਾ ਔਨ ਦ ਲੇਕ ਦਾ ਕੁਇਨਸਟਨ ਲੂਇਸਟਨ ਬ੍ਰਿਜ ਹੈਗਾ ਉਹ, ਤੇ 2 ਜਿਹੜੇ ਬਾਰਡਰ ਨੇ ਉਹ ਮੌਂਟਰੀਅਲ ਏਰੀਆ ਦੇ ਵਿੱਚੋਂ ਖੋਲ੍ਹੇ ਗਏ ਨੇ। ਸੋ ਇੱਥੇ ਵੱਖੋ ਵੱਖਰੇ ਟਾਈਮ ਪੀਰੀਅਡ ਰੱਖੇ ਨੇ, ਪਰ ਮੈਂ ਓਨਟਾਰੀਓ ਦੀ ਗੱਲ ਕਰਨਾ ਚਾਹੁੰਦਾ ਕਿਉਂਕਿ ਇਹ ਮੋਸਟ ਬਿਜ਼ੀਐਸਟ ਏਰੀਆਜ਼ ਨੇ ਜਿੱਥੇ ਜੋ ਜਾ ਕੇ ਲੋਕ ਫਲੈਗ ਪੋਲਿੰਗ ਕਰਦੇ ਨੇ। ਸੋ ਜੇ ਕੋਈ ਵਿਜ਼ਿਟਰ ਆਇਆ ਹੈਗਾ ਤੇ ਉਹਨੇ ਆਪਦਾ ਵਰਕ ਪਰਮਿਟ ਲੈਣਾ, ਉਹ ਬਾਰਡਰ ਤੇ ਜਾ ਕੇ ਲੈ ਸਕਦਾ। ਉਹਦੇ ਲਈ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਇਹ ਤਿੰਨੇ ਦਿਨ ਰੱਖੇ ਗਏ ਨੇ, ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ। ਸੋ ਜੇ ਤੁਸੀਂ ਵਿਜ਼ਿਟਰ ਹੈਗੇ ਹੋ ਕੈਨੇਡਾ ਦੇ ਵਿੱਚ ਤੇ ਤੁਹਾਡੇ ਕੋਲੇ LMI ਹੈਗਾ, ਹੁਣ ਤੁਸੀਂ ਜਾ ਕੇ ਇਹਨਾਂ ਬਾਰਡਰ ਕ੍ਰਾਸਿੰਗਸ ਦੇ ਉੱਤੋਂ ਆਪਦਾ ਵਰਕ ਪਰਮਿਟ ਹੈ ਜਿਹੜਾ ਲੈ ਸਕਦੇ ਹੋ। ਤੁਸੀਂ ਸਿਰਫ ਇਸ ਪਰਪਸ ਲਈ ਫਲੈਗ ਪੋਲ ਕੀਤਾ ਹੋਣਾ ਚਾਹੀਦਾ ਕਿ ਤੁਸੀਂ ਵਰਕ ਪਰਮਿਟ ਲੈਣਾ ਹੈ। ਸੋ ਇਹ ਨਹੀਂ ਕਿ ਤੁਸੀਂ ਯੂਨਾਈਟਿਡ ਸਟੇਟਸ ਚੋਂ ਤੇ ਤੁਸੀਂ ਐਂਟਰ ਹੋ ਰਹੇ ਹੋ ਫਿਰ ਤੁਹਾਨੂੰ ਕੁਆਰੰਟੀਨ ਜਾਣਾ ਪੈਣਾ ਹੈਗਾ। ਪਰ ਜੇ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਆ, ਤੁਹਾਡਾ ਵੈਲਿਡ ਸਟੇਟਸ ਹੈਗਾ ਤੇ ਤੁਸੀਂ ਸਿਰਫ ਇਸ ਪਰਪਸ ਲਈ ਬਾਰਡਰ ਯੂਨਾਈਟਿਡ ਸਟੇਟਸ ਐਂਟਰ ਹੋ ਕੇ ਵਾਪਸ ਆਏ ਹੋ ਕਿ ਤੁਸੀਂ ਵਰਕ ਪਰਮਿਟ ਲੈਣਾ, ਫਿਰ ਤੁਹਾਨੂੰ ਇਹ ਕੁਆਰੰਟੀਨ ਦਾ ਜਿਹੜਾ ਮਸਲਾ ਉਹਦੇ ਵਿੱਚ ਦੀ ਨਹੀਂ ਜਾਣਾ ਪੈਣਾ। ਤੇ ਜਿਹੜਾ ਸੈਕਸ਼ਨ 198 ਹੈਗਾ ਉਹ ਰਿਕੁਆਇਰਮੈਂਟਸ ਦੱਸਦਾ ਹੈ ਕਿ ਕੌਣ ਲੋਕ ਨੇ ਜਿਹੜੇ ਬਾਰਡਰ ਤੇ ਜਾ ਕੇ ਵਰਕ ਪਰਮਿਟ ਹੈ ਜਿਹੜਾ ਉਹ ਲੈ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਵੈਲਿਡ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਹੋਣਾ ਚਾਹੀਦਾ, ਮਤਲਬ ਉਹਨਾਂ ਕੋਲ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਜਾਂ ਵਿਜ਼ਿਟਰ ਪਰਮਿਟ ਹੋਣਾ ਜ਼ਰੂਰੀ ਹੈ। ਉਹ ਤੋਂ ਇਲਾਵਾ ਤੁਸੀਂ ਨਹੀਂ ਜਾ ਕੇ ਲੈ ਸਕਦੇ। ਜੋ ਵਰਕ ਪਰਮਿਟ ਦੀਆਂ ਰਿਕੁਆਇਰਮੈਂਟਸ ਨੇ, ਜੋ LMI ਚਾਹੀਦਾ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ, ਤੇ ਮੈਡੀਕਲ ਵੀ ਤੁਹਾਡਾ ਹੋਇਆ ਹੋਣਾ ਚਾਹੀਦਾ। ਸੋ ਮੈਡੀਕਲ ਕਰਵਾ ਕੇ ਹੀ ਤੁਸੀਂ ਜਾ ਸਕਦੇ ਹੈਗੇ ਬਾਰਡਰ ਤੋਂ। ਸੋ ਜੇ ਰਿਕੁਆਇਰਮੈਂਟਸ ਤੁਸੀਂ ਪੂਰੀਆਂ ਕਰਦੇ ਆ ਫਿਰ ਤੁਸੀਂ ਬਾਰਡਰ ਤੇ ਜਾ ਕੇ ਹੁਣ ਵਰਕ ਪਰਮਿਟ ਲੈ ਸਕਦੇ ਹੋ। ਤੁਸੀਂ ਇਹਨਾਂ ਦਿਨਾਂ ਤੋਂ ਇਲਾਵਾ ਮੰਗਲਵਾਰ, ਬੁੱਧਵਾਰ, ਵੀਰਵਾਰ 8 ਤੋਂ ਲੈ ਕੇ 12 ਵਜੇ ਤੱਕ ਜੇ ਕ੍ਰਾਸ ਕਰਦੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਉਹ ਪ੍ਰੋਸੈਸ ਤੁਹਾਨੂੰ ਆਉਣ ਦਿੱਤਾ ਜਾਊਗਾ, ਐਂਟਰ ਹੋਣ ਦਿੱਤਾ ਜਾਊਗਾ, ਪਰ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੈਸ ਜਿਹੜਾ ਉਹ ਨਹੀਂ ਕੀਤਾ ਜਾਊਗਾ। ਬਿਲਕੁਲ ਜੀ, ਇਹਦੇ ਬਾਰੇ ਜਾਣਕਾਰੀ ਲਵਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹਾਂਜੀ ਮੈਡਮ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਬਰਮਟਨ ਤੋਂ ਬੋਲ ਰਹੇ ਹਾਂ ਜੀ। ਜੀ ਹਾਂਜੀ, ਦੱਸੋ ਕੀ ਸਵਾਲ ਹੈ ਤੁਹਾਡਾ? ਆਪਣਾ ਸਵਾਲ ਇਹ ਆ ਤੇ ਮੇਰੇ ਪੇਪਰ ਲਾਏ ਸੀ 2018 ਚ, ਤੇ ਵੈਸੇ ਮੈਂ ਸਿੰਗਲ ਹੀ ਹੈਗੀ ਤੇ ਉਮਰ ਮੇਰੀ ਹੈਗੀ 64 ਸਾਲ ਦੀ, ਤੇ ਵੀ ਉਹਨਾਂ ਬਾਰੇ ਪਤਾ ਕਰਨਾ ਸੀ ਬਈ ਦੂਜਾ ਵੀ ਕਿੰਨਾ ਟਾਈਮ ਲੱਗੂ ਉਹਨਾਂ ਨੂੰ। ਅਗਸਤ ਚ ਲਾਏ ਸੀ 2018 ਚ। ਹਾਂਜੀ, ਉਹ ਕਾਹਦਾ ਕੇਸ ਸੀਗਾ ਜੀ? ਉਹ ਵੈਸੇ ਜਾਣੀ ਮੈਂ ਸਿੰਗਲੀ ਸੀ, ਉੱਥੇ ਕੱਲੀ ਹੋ ਜਾਂਦੀ ਸੀ, ਵੀ ਇਹਨਾਂ ਨੇ ਆਈ ਲਾਇਆ ਸੀ ਵੀ ਇਹਨੂੰ ਉੱਥੇ ਕੋਈ ਸਾਂਭਣ ਵਾਲਾ ਹੈ ਨਹੀਂ, ਮੇਰੀ ਬੇਟੀ ਨੇ ਮੈਂ ਕੱਲੀ ਕਰਕੇ ਮੇਰਾ ਲਾਇਆ ਸੀ, ਕੇਸ ਮੈਂ ਇੱਥੇ ਆਈ ਹੋਈ ਹੈਗੀ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਪਾਂ ਸਕਦੇ ਹਾਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜੇ ਅਗਸਤ 2018 ਚ ਲਾਏ ਸੀ ਜੀ, ਹੁਣ ਉਹਦੀ ਵਾਰੀ ਆਉਣ ਵਾਲੀ ਹੋਣੀ ਹੈ ਕਿਉਂਕਿ ਜਿਹੜਾ ਕਰੰਟ ਟਾਈਮ ਹੈ 1.5 ਤੋਂ 2 ਸਾਲ ਦਾ ਸਮਾਂ ਸੀਗਾ, ਕਿਉਂਕਿ ਕੋਵਿਡ ਸਿਚੁਏਸ਼ਨ ਵੀ ਉਹਦੇ ਵਿੱਚ ਆ ਗਈ। ਪਰ ਉਹ ਤੁਹਾਡੀ ਹੁਣ ਵਾਰੀ ਹੈ ਜਿਹੜੀ ਆਉਣ ਵਾਲੀ ਹੋਣੀ ਹੈ। ਪਰ ਜੇ ਅਗਸਤ ਤੋਂ ਬਾਅਦ ਵੀ ਤੁਹਾਡਾ ਕੇਸ ਨਹੀਂ ਆਉਂਦਾ ਤਾਂ ਫਿਰ ਉਹ ਤੋਂ ਬਾਅਦ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਦੇ ਥੱਲੇ ਰਿਕੁਐਸਟ ਕਰਕੇ ਪੂਰੀ ਫਾਈਲ ਦੀ ਕਾਪੀ ਮੰਗੀ ਜਾ ਸਕਦੀ ਹੈ। ਪਿਛਲੇ ਸਮੇਂ ਦੇ ਵਿੱਚ ਇਹ ਵੀ ਦੇਖਣ ਨੂੰ ਆਇਆ ਕਿ ਆਫਿਸਰ ਨੇ ਫਾਈਲ ਐਂਟਰ ਕਰਤੀ, ਉਹ ਤੋਂ ਬਾਅਦ ਅੱਗੇ ਕੋਈ ਕਾਰਵਾਈ ਹੀ ਨਹੀਂ ਕੀਤੀ ਜੀ ਉਹਨਾਂ ਕੇਸਿਸ ਦੇ ਵਿੱਚੋਂ, ਖਾਸ ਕਰਕੇ
ਹਿਊਮੈਨਿਟੇਰੀਅਨ ਕੰਪੈਸ਼ਨ ਕੇਸਿਸ ਦੇ ਵਿੱਚੋਂ, ਕਿਉਂਕਿ ਇਹਨਾਂ ਨੂੰ ਵੱਖੋ ਵੱਖਰੇ ਆਫਿਸ 'ਚ ਟ੍ਰਾਂਸਫਰ ਕਰਨਾ ਸ਼ੁਰੂ ਕਰਤਾ। ਐਕਚੁਅਲੀ ਜਿਹੜਾ ਦਫ਼ਤਰ ਹੈ ਉਹ ਵੈਨਕੂਵਰ ਦੇ ਵਿੱਚ ਹੈ ਜਿੱਥੇ ਕੇਸਿਸ ਲੱਗਦੇ ਨੇ। ਉਹ ਤੋਂ ਬਾਅਦ ਉਹ ਦੇਖਦੇ ਨੇ ਕਿ ਜਿੱਥੇ ਘੱਟ ਕੰਮ ਹੈ ਕਈ ਵਾਰੀ ਉੱਥੇ ਭੇਜਤਾ, ਕਿ ਮੌਂਟਰੀਅਲ ਭੇਜਤਾ ਜਾਂ ਹੈਮਿਲਟਨ ਭੇਜਤਾ ਜਾਂ ਨਾਇਆਗਰਾ ਫਾਲਸ ਭੇਜਤਾ। ਸੋ ਉਹਦੇ ਹਿਸਾਬ ਨਾਲ ਹੀ ਅੱਗੇ ਪ੍ਰੋਸੈਸਿੰਗ ਹੈ ਜਿਹੜੀ ਐਪਲੀਕੇਸ਼ਨ ਹੁੰਦੀ ਹੈ। ਬਿਲਕੁਲ ਠੀਕ। ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਮੈਂ ਅਲਬਰਟਾ ਤੋਂ ਬੋਲ ਰਹੀ ਹਾਂ ਜੀ, ਦੱਸੋ ਕੀ ਸਵਾਲ ਹੈ ਜੀ ਤੁਹਾਡਾ? ਮੈਮ ਮੈਂ LMI ਦੇ ਵਰਕ ਪਰਮਿਟ ਤੇ ਸੀਗੀ ਇੱਥੇ। ਲਾਸਟ ਨਵੰਬਰ 'ਚ ਮੇਰਾ ਵਰਕ ਪਰਮਿਟ ਡਨ ਹੋਇਆ ਸੀਗਾ ਤੇ ਮੈਂ ਆਪਣੀ ਫੈਮਿਲੀ ਦੀ ਮੇਰੀ LMI ਸੀਗੀ। ਮੈਂ ਆਪਣੀ ਬੈਕ ਹੋਮ ਫੈਮਿਲੀ ਦਾ ਅਪਲਾਈ ਕੀਤਾ ਸੀਗਾ। ਹਸਬੈਂਡ ਨੂੰ ਵੀਜ਼ਾ ਮਿਲ ਗਿਆ ਸੀ, ਇੱਕ ਬੱਚੇ ਨੂੰ ਵੀਜ਼ਾ ਮਿਲ ਗਿਆ ਸੀ, ਇੱਕ ਮੇਰੀ ਛੋਟੀ ਡਾਟਰ ਦਾ ਵੀਜ਼ਾ ਰਹਿ ਗਿਆ ਸੀਗਾ। ਉਹਦੀ ਫੈਬਰਵਰੀ ਦੀ ਫਾਈਲ ਲੱਗੀ ਹੋਈ ਆ, ਹਜੇ ਤੱਕ ਕੋਈ ਪ੍ਰੋਸੈਸ ਨਹੀਂ ਹੋਇਆ। ਜੇ ਚੰਡੀਗੜ੍ਹ ਦੇ ਵਿੱਚ ਲੱਗੀ ਸੀ ਫਾਈਲ? ਸਰ ਮੈਂ ਆਨਲਾਈਨ ਕੇਸ ਲਗਾਇਆ ਸੀਗਾ। ਉਹਦਾ 5 ਸਾਲ ਦੀ ਉਹਦੀ ਉਮਰ ਹੈ ਬੱਚੀ ਦੀ, ਤੇ ਉਹਦਾ ਸਟੂਡੈਂਟ ਪਰਮਿਟ ਅਪਲਾਈ ਕੀਤਾ ਸੀਗਾ, ਸਟੱਡੀ ਪਰਮਿਟ। ਇੱਕ ਬੱਚੇ ਦੀ ਉਮਰ 8 ਸਾਲ ਦੀ ਸੀਗੀ, ਉਹਦਾ 3 ਦਿਨਾਂ 'ਚ ਪ੍ਰੋਸੈਸ ਹੋ ਗਿਆ ਸੀ। ਉਹਦੀ ਟੋਰਾਂਟੋ ਫਾਈਲ ਗਈ ਸੀ। ਦੂਜੀ ਬੱਚੀ ਦੀ ਫਾਈਲ ਸਰ ਨਿਊ ਦਿੱਲੀ ਇਮੀਗ੍ਰੇਸ਼ਨ ਗਈ ਸੀ। ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜਿਹੜੇ ਫੈਬਰਰੀ ਵਾਲੇ ਕੇਸ ਨੇ ਹੁਣ ਪ੍ਰੋਸੈਸ ਹੋ ਰਹੇ ਨੇ ਜੀ, ਕਿਉਂਕਿ ਮਾਰਚ 'ਚ ਜਦੋਂ ਕੋਵਿਡ ਸਿਚੁਏਸ਼ਨ ਅਰਾਈਜ਼ ਹੋ ਗਈ ਉਹਦੇ ਬਾਅਦ ਪ੍ਰੋਸੈਸਿੰਗ ਸਲੋ ਡਾਊਨ ਹੋ ਗਈ ਸੀ। ਪਰ ਹੁਣ ਜਿਹੜੇ ਲੋਕਾਂ ਨੇ ਜਨਵਰੀ ਫਰਵਰੀ ਦੇ ਵਿੱਚ ਕੇਸ ਅਪਲਾਈ ਕੀਤੇ ਨੇ ਉਹ 1 ਜੁਲਾਈ ਤੋਂ ਉਹ ਪ੍ਰੋਸੈਸ ਹੋਣੇ ਸ਼ੁਰੂ ਹੋ ਗਏ ਨੇ। ਸੋ ਛੇਤੀ ਹੀ ਸ਼ਾਇਦ ਉਹ ਚਾਈਲਡ ਦੀ ਵਾਰੀ ਵੀ ਆ ਜਾਣੀ ਹੈ ਜੀ, ਕਿਉਂਕਿ 1 ਜੁਲਾਈ ਤੋਂ ਪਹਿਲਾਂ ਜਿਹੜੀ ਪ੍ਰੋਸੈਸਿੰਗ ਹੈ ਉਹ ਬਿਲਕੁਲ ਐਮਰਜੈਂਸੀ ਕੇਸਿਸ ਦੀ ਹੋ ਰਹੀ ਸੀ ਜੀ। ਤੇ ਹੁਣ ਜਿਹੜੇ ਲੋਕਾਂ ਨੇ ਮਾਰਚ 15 ਤੋਂ ਪਹਿਲਾਂ ਦੇ ਕੇਸ ਲਾਏ ਹੋਏ ਨੇ, ਹੁਣ 1 ਜੁਲਾਈ ਤੋਂ ਉਹਨਾਂ ਦੀ ਪ੍ਰੋਸੈਸਿੰਗ ਸ਼ੁਰੂ ਹੋਈ ਹੈ। ਸੋ ਸੂਨ ਉਹ ਚਾਈਲਡ ਦੀ ਵਾਰੀ ਆ ਜਾਣੀ ਚਾਹੀਦੀ ਹੈ ਜੀ। ਬਿਲਕੁਲ। ਤੇ ਅਸੀਂ ਅੱਜ ਗੱਲ ਕਰ ਰਹੇ ਸੀ ਸਰ, ਜਿਹੜੇ ਇਸ ਵਕਤ ਤੁਸੀਂ ਕਹਿ ਰਹੇ ਹੋ ਕਿ ਬਾਰਡਰਸ ਓਪਨ ਕੀਤੇ ਨੇ ਤੇ ਕਿੰਨਾ ਕੰਡੀਸ਼ਨਸ ਦੇ ਵਿੱਚ ਤੁਸੀਂ ਇਹਨੂੰ ਕ੍ਰਾਸ ਕਰ ਸਕਦੇ ਹੋ ਤੇ ਨਹੀਂ ਕਰ ਸਕਦੇ, ਇਹਦੇ ਬਾਰੇ ਜਾਣਕਾਰੀ ਲਵਾਂਗੇ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬ੍ਰੈਂਪਟਨ ਤੋਂ ਬੋਲਦਾ ਜੀ। ਬਹੁਤ ਬਹੁਤ ਸਵਾਗਤ ਹੈ ਜੀ, ਦੱਸੋ ਕੀ ਪੁੱਛਣਾ? ਹਾਂਜੀ ਸਰ, ਉਹਨਾਂ ਤੋਂ ਕੁਐਸਚਨ ਸੀਗਾ। ਮੈਂ ਆਪਣੇ ਮਦਰ ਦਾ ਵੀਜ਼ਾ ਰਜਿਸਟਰ ਵੀਜ਼ਾ ਹਾਂਜੀ ਉਹਦੇ ਰਿਲੇਟਡ ਪੁੱਛਣਾ ਸੀ ਕਿ ਉਹ ਵੀਜ਼ੇ ਪ੍ਰੋਸੈਸ ਹੋ ਰਹੇ ਆ ਰਾਈਟ ਨਾਓ ਕਿ ਕਿੰਨਾ ਟਾਈਮ ਲੱਗ ਰਿਹਾ ਆ ਜੀ। ਸਰ ਕੁਝ ਪੁੱਛਣਾ ਹੈ ਆਪਾਂ ਤੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ। ਹਾਂਜੀ ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ ਸਰ, ਦੱਸੋ ਕੀ ਪੁੱਛਣਾ? ਮੈਂ ਪੁੱਛਣਾ ਸੀ ਮੇਰੇ ਫਾਦਰ ਦਾ ਵੀ ਵੀਜ਼ਾ ਹੈ ਵਿਜ਼ਟਰ। ਉਹਨਾਂ ਨੂੰ ਇੱਥੇ ਵੀ ਟਰੱਕ ਦਾ ਲਾਇਸੈਂਸ ਲੈਣ 'ਚ ਵਰਕ ਪਰਮਿਟ ਮਿਲ ਸਕਦਾ ਵੀ ਉਹ ਕਿਉਂਕਿ ਆਰਮੀ 'ਚੋਂ ਰਿਟਾਇਰਮੈਂਟ ਪੰਜਾਬ ਪੁਲਿਸ ਜੀ ਤੁਸੀਂ ਸਰ ਇਹ ਪੁੱਛਣਾ ਚਾਹੁੰਦੇ ਆ ਕਿ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ 'ਚ ਅਸੀਂ ਕਰ ਸਕਦੇ ਹਾਂ ਕਿ ਨਹੀਂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਇਸ ਤੋਂ ਪਹਿਲਾਂ ਇੱਕ ਸਵਾਲ ਹੋਰ ਲੈ ਲਈਏ ਅਸੀਂ। ਹੈਲੋ ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਵੈਨਕੂਵਰ ਤੋਂ ਬੋਲ ਰਿਹਾ ਸਾਰੀ ਤੋਂ ਜੀ। ਹਾਂਜੀ ਸਰ, ਦੱਸੋ ਕੀ ਸਵਾਲ ਹੈ ਤੁਹਾਡਾ? ਮੈਡਮ ਸਪਾਊਸ ਦਾ ਓਪਨ ਵਰਕ ਪਰਮਿਟ ਬਾਰੇ ਪਤਾ ਕਰਨਾ ਜੀ ਤੁਸੀਂ ਵੀ ਬਾਰਡਰ ਵਗੈਰਾ ਖੁੱਲ ਕੇ ਜਾਂ ਨਹੀਂ ਖੁੱਲੇ, ਕਦੋਂ ਤੱਕ ਉਮੀਦ ਹੈ ਕਿ ਉਹ ਬਾਇਓਮੈਟ੍ਰਿਕ ਹੋਈ ਨਹੀਂ ਹੋਈ ਜੀ? ਤੁਸੀਂ ਆਪਦੇ ਸਪਾਊਸ ਕਿੱਥੇ ਹੈ ਜੀ? ਇੱਥੇ ਮੇਰੇ ਨਾਲ ਹੀ ਨਹੀਂ ਜੀ। ਤੇ ਉਹਨਾਂ ਨੇ ਵਰਕ ਪਰਮਿਟ ਕਿਹੜਾ ਅਪਲਾਈ ਕਰਨਾ ਹੈ ਜੀ? ਓਪਨ ਵਰਕ ਪਰਮਿਟ ਜੀ। ਹਾਂਜੀ, ਉਹਦੇ ਲਈ ਤੁਸੀਂ ਆਨਲਾਈਨ ਐਪਲੀਕੇਸ਼ਨ ਕਰਨੀ ਹੈ ਜੀ। ਉਹਦੇ ਨਾਲ ਬਾਰਡਰ ਦਾ ਕੋਈ ਸੰਬੰਧ ਨਹੀਂ ਹੈਗਾ ਜੀ। ਸਰ ਉਹ ਬਾਇਓਮੈਟ੍ਰਿਕ ਨਹੀਂ ਹੋਈ ਜੀ? ਹਾਂਜੀ, ਬਾਇਓਮੈਟ੍ਰਿਕਸ ਦੇ ਉੱਤੇ ਜਿਹੜੀ ਜਾਣਕਾਰੀ ਹੈ ਅਸੀਂ ਅੱਗੇ ਜਾ ਕੇ ਸਾਂਝੀ ਕਰਨੀ ਸੀ, ਪਰ ਮੈਂ ਹੁਣੇ ਆਪ ਜੀ ਨੂੰ ਦੱਸ ਦਿੰਦਾ। ਜਿਹੜੀਆਂ ਵੀ ਐਪਲੀਕੇਸ਼ਨਸ ਵਿਦ ਇਨ ਕੈਨੇਡਾ ਫਾਈਲ ਹੋਣਗੀਆਂ ਉਹ ਫਿਲਹਾਲ ਬਾਇਓਮੈਟ੍ਰਿਕ ਐਗਜ਼ੈਂਪਟ ਕਰ ਦਿੱਤੀਆਂ ਨੇ ਜੀ। ਜਿਹੜੀਆਂ ਅਰਜ਼ੀਆਂ ਨਵੀਆਂ ਜਾਂ ਪਹਿਲਾਂ ਆਲਰੇਡੀ ਚੱਲ ਰਹੀਆਂ ਨੇ, ਕਿਉਂਕਿ ਸਰਵਿਸ ਕੈਨੇਡਾ ਦੇ ਜਿਹੜੇ ਦਫ਼ਤਰ ਨੇ ਉਹ ਫਿਲਹਾਲ ਬੰਦ ਨੇ, ਇਸੇ ਕਰਕੇ ਜਿਹੜੀਆਂ ਵੀ ਅਰਜ਼ੀਆਂ ਵਿਦ ਇਨ ਕੈਨੇਡਾ, ਚਾਹੇ ਵਰਕਰ ਹੈ, ਸਟੂਡੈਂਟ ਹੈ ਜਾਂ ਵਿਜ਼ਿਟਰ ਐਕਸਟੈਂਸ਼ਨ ਹੈਗੀ ਹੈ, ਉਹਨਾਂ ਦੀਆਂ ਅਰਜ਼ੀਆਂ ਨੂੰ ਬਾਇਓਮੈਟ੍ਰਿਕ ਐਗਜ਼ੈਂਪਟ ਹੈ ਜਿਹੜਾ ਕਰ ਦਿੱਤਾ ਗਿਆ ਹੈ। ਸੋ ਜਦੋਂ ਅਰਜ਼ੀ ਲਾਉਣਗੇ ਜੀ ਤਾਂ ਉਹਨਾਂ ਨੂੰ ਕੋਈ ਬਾਇਓਮੈਟ੍ਰਿਕ ਦੀ ਫਿਲਹਾਲ ਜ਼ਰੂਰਤ ਨਹੀਂ ਪਊਗੀ ਜੀ। ਬਿਲਕੁਲ। ਤੇ ਸਰ ਇਸ ਤੋਂ ਪਹਿਲਾਂ ਪੁੱਛਿਆ ਸੀ ਜਿਨ੍ਹਾਂ ਨੇ ਕਿਹਾ ਸੀ ਮਦਰ ਦਾ ਵਿਜ਼ਟਰ ਵੀਜ਼ਾ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸੀ ਕਿ ਉਹ ਲਗਾਉਣਾ ਚਾਹੁੰਦੇ ਨੇ। ਹਾਂਜੀ, ਸੋ ਉਹਨਾਂ ਦਾ ਐਕਚੁਅਲੀ ਉਹਨਾਂ ਨੇ ਕੇਸ ਲਾਇਆ ਸੀ, ਉਹਨੂੰ ਪੁੱਛਣਾ ਸੀ ਵੀ ਕੀ ਬਣ ਰਿਹਾ ਜੀ ਉਹਨਾਂ ਦਾ। ਉਹ ਆਲਰੇਡੀ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ ਜੀ। ਨਵੀਆਂ ਐਪਲੀਕੇਸ਼ਨਸ ਵੀ ਲੈਣੀਆਂ ਸ਼ੁਰੂ ਕਰਤੀਆਂ ਹੋਈਆਂ ਨੇ ਆਲਰੇਡੀ, ਤੇ ਜਿਹੜੀਆਂ ਪ੍ਰੋਸੈਸਿੰਗ ਹੈਗੀ ਆ ਉਹ 1 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਸੋ ਜਿਹੜੀਆਂ ਐਪਲੀਕੇਸ਼ਨਸ ਫੈਬਰਰੀ ਮਾਰਚ ਦੇ ਵਿੱਚ ਲੋਕਾਂ ਦੀਆਂ ਲਾਈਆਂ ਸੀ, ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਸੈਸ ਕੀਤਾ ਜਾ ਰਿਹਾ ਹੈ। ਤੇ ਦੂਜਾ ਜਿਹੜੀਆਂ ਨਵੀਆਂ ਉਹ ਤੋਂ ਬਾਅਦ ਐਪਲੀਕੇਸ਼ਨਸ ਲੱਗਣੀਆਂ ਉਹਨਾਂ ਦੀ ਵਾਰੀ ਆਊਗੀ।
ਇਹ ਤੋਂ ਤਰਨੇ ਐਂਟੀਸਿਪੇਟ ਕੀਤਾ ਜਾ ਸਕਦਾ ਕਿ ਸ਼ਾਇਦ 31 ਜੁਲਾਈ ਤੋਂ ਹੁਣ ਟਰੈਵਲ ਰਿਸਟ੍ਰਿਕਸ਼ਨਸ ਨੇ ਜਿਹੜੀਆਂ ਹਟ ਜਾਣਗੀਆਂ, ਕਿਉਂਕਿ ਤਾਂ ਹੀ ਇਹ ਅਰਜ਼ੀਆਂ ਨੇ ਜਿਹੜੀਆਂ ਵਿਜ਼ਟਰ ਵੀਜ਼ਾ ਜਾਂ ਸੁਪਰ ਵੀਜ਼ਾ ਦੀਆਂ ਲੈਣੀਆਂ ਸ਼ੁਰੂ ਕੀਤੀਆਂ ਨੇ, ਉਹ ਤਾਂ ਕਿ ਓਵਰਵੈਲਮ ਨਾ ਹੋ ਜਾਏ ਇੱਕਦਮ। ਸਰ ਜਿਵੇਂ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ, ਅਸੀਂ ਲਾਸਟ ਟਾਈਮ ਵੀ ਇਹ ਗੱਲ ਦੇਖੀ ਸੀ ਨਿਊਜ਼ ਦੇ ਵਿੱਚ ਵੀ ਕਿ ਇਹਨਾਂ ਨੇ ਕੁਝ ਸੈਂਟਰਸ ਆਪਦੇ ਜਿਹੜੇ ਆ ਵਿਦੇਸ਼ਾਂ ਵਿੱਚ ਓਪਨ ਕੀਤੇ ਨੇ, ਪਰ ਉਹਦੇ ਵਿੱਚ ਇੰਡੀਆ ਤੇ ਹਜੇ ਪਾਕਿਸਤਾਨ ਵਰਗੀਆਂ ਕੰਟਰੀਜ਼ ਸ਼ਾਮਿਲ ਨਹੀਂ ਹੋਈਆਂ। ਕਰਨ ਸਿਰਫ ਆਨਲਾਈਨ ਐਪਲੀਕੇਸ਼ਨ ਹੀ ਕਰ ਸਕਦੇ ਠੀਕ ਹੈ। ਤੋ ਜਿਹੜੀਆਂ ਵੀ ਅਰਜ਼ੀਆਂ ਨੇ ਉਹ ਪੇਪਰ ਐਪਲੀਕੇਸ਼ਨ ਨਹੀਂ ਕਰ ਸਕਦੇ ਵਿਜ਼ਟਰ ਦੀ, ਸਿਰਫ ਆਨਲਾਈਨ ਐਪਲੀਕੇਸ਼ਨ ਹੀ ਕੀਤੀ ਜਾਊਗੀ ਕਿਸੇ ਵੀ ਟੈਂਪਰੇਰੀ ਵੀਜ਼ਾ ਲਈ, ਚਾਹੇ ਉਹ ਵਿਜ਼ਿਟਰ ਹੈ, ਚਾਹੇ ਉਹ ਵਰਕਰ ਹੈ, ਚਾਹੇ ਉਹ ਸਟੂਡੈਂਟ ਹੈ। ਸੋ ਪੇਪਰ ਐਪਲੀਕੇਸ਼ਨ ਨਹੀਂ ਕੀਤੀ ਜਾ ਸਕਦੀ, ਸਿਰਫ ਆਨਲਾਈਨ ਹੀ ਕੀਤੀ ਜਾ ਸਕਦੀ ਹੈ। ਰਾਦਰ ਕਿ ਜਿਹੜੀਆਂ ਅਰਜ਼ੀਆਂ ਵਿਦਨ ਕੈਨੇਡਾ ਨੇ, ਇਹ ਵੀ ਜਿਹੜਾ ਸੈਕਸ਼ਨ 9 ਸੀ ਉਹਦੇ ਚ ਚੇਂਜ ਕੀਤਾ ਗਿਆ। ਉਹਦੇ ਚ ਇਹ ਕੀਤਾ ਗਿਆ ਹੈ ਕਿ ਜਿਹੜੀਆਂ ਵਿਦਨ ਕੈਨੇਡਾ ਵੀ ਐਪਲੀਕੇਸ਼ਨਸ ਨੇ ਉਹ ਵੀ ਆਨਲਾਈਨ ਹੀ ਲਈਆਂ ਜਾਣਗੀਆਂ ਅੰਟਿਲ ਅਨਲੈਸ ਉਹ 'ਚ ਕੋਈ ਐਗਜ਼ੈਂਪਸ਼ਨ ਹੈਗੀ ਹੈ। ਜਿਵੇਂ ਐਲਐਮਆਈ ਐਗਜ਼ੈਂਪਸ਼ਨ ਹੈ, ਜਿਵੇਂ ਹੁਣੇ ਕਾਲਰ ਨੇ ਕਾਲ ਕੀਤੀ ਸੀ ਕਿ ਵਾਈਫ ਦਾ ਓਪਨ ਪਰਮਿਟ ਅਪਲਾਈ ਕਰਨਾ ਹੈ ਕਿਉਂਕਿ ਆਲਰੇਡੀ ਵਰਕਰ ਜਾਂ ਸਟੂਡੈਂਟ ਹੋਣੇ ਆ ਜੀ, ਉਹ ਕਾਗਜ਼ ਨਾਲ ਵੀ ਲਾ ਸਕਦੇ ਆ। ਪਰ ਜਿਹੜੀਆਂ ਬਿਨਾਂ ਐਗਜ਼ੈਂਪਸ਼ਨ ਤੋਂ ਕੋਈ ਵੀ ਐਪਲੀਕੇਸ਼ਨ ਹੈ ਉਹ ਸਿਰਫ ਆਨਲਾਈਨ ਹੀ ਲੱਗੂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਕੋਈ ਵਰਕਰ ਹੈਗਾ ਉੱਥੇ, ਉਹਦੇ ਸਪਾਊਸ ਦੀ ਐਪਲੀਕੇਸ਼ਨ ਇੰਡੀਆ ਦੇ ਵਿੱਚ ਉਹਨਾਂ ਨੇ ਫਾਈਲ ਕਰਨੀ ਹੈ, ਉਹ ਪੇਪਰ ਵੀ ਲਾ ਸਕਦੇ ਨੇ ਸਿੱਧੀ ਨਵੀਂ ਦਿੱਲੀ ਅਰਜ਼ੀ ਭੇਜ ਕੇ, ਅਦਰਵਾਈਜ਼ ਸਿਰਫ ਆਨਲਾਈਨ ਹੀ ਲੱਗਣਗੀਆਂ। ਤੇ ਰਾਦਰ ਮੈਂ ਆਲਵੇਜ਼ ਕਹਿਣਾ ਹੁੰਦਾ ਜਿਹੜੀਆਂ ਐਗਜ਼ੈਂਪਸ਼ਨ ਵਾਲੀਆਂ ਅਰਜ਼ੀਆਂ ਨੇ ਆਨਲਾਈਨ ਨਹੀਂ ਲਾਉਣੀ ਚਾਹੀਦੀਆਂ, ਪੇਪਰ ਹੀ ਲਾਉਣੀ ਚਾਹੀਦੀਆਂ ਨੇ, ਕਿਉਂਕਿ ਉਹ 'ਚ ਬਹੁਤ ਸਾਰੇ ਸਬੂਤ ਰਿਕੁਆਇਰਡ। ਬਿਲਕੁਲ ਜੀ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ ਹਾਂਜੀ ਮੈਡਮ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ। ਸਵਾਗਤ ਹੈ ਜੀ। ਮੇਰੇ ਫਾਦਰ ਇੰਡੀਆ ਨੇ ਇਸ ਟਾਈਮ ਪੰਜਾਬ, ਉਹਨਾਂ ਨੂੰ ਆਲਰੇਡੀ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਆ। ਮੈਂ ਇਹ ਪੁੱਛਣਾ ਸੀਗਾ ਵੀ ਕਿ ਮੈਂ ਉਹਨਾਂ ਨੂੰ ਹੁਣ ਇੱਥੇ ਬੁਲਾਉਣਾ ਚਾਹੁੰਦੀ ਹਾਂ, ਉਹਨਾਂ ਵੀਜ਼ਾ ਉਹਨਾਂ ਕੋਲ ਆਲਰੇਡੀ ਹੈਗਾ, ਕੀ ਟਿਕਟਾਂ ਵਿਜ਼ਟਰ ਵੀਜ਼ੇ ਲਈ ਵਾਲਿਆਂ ਲਈ ਅਵੇਲੇਬਲ ਨੇ ਤੇ ਕੀ ਉਹ ਫਲਾਈ ਕਰ ਸਕਦੇ ਆ ਟੂ ਕੈਨੇਡਾ? ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਇਸ ਤੋਂ ਪਹਿਲਾਂ ਇੱਕ ਸਰ ਨੇ ਸਾਨੂੰ ਕਾਲ ਕੀਤੀ ਸੀ ਜਿਨ੍ਹਾਂ ਦਾ ਫਾਦਰ ਦਾ ਵਿਜ਼ਟਰ ਵੀਜ਼ਾ ਉਹ ਵਰਕ ਪਰਮਿਟ ਚੇਂਜ ਕਰਵਾਉਣਾ ਚਾਹੁੰਦੇ ਸੀ ਜੀ। ਸੋ ਉਹ ਜਿਹੜਾ ਕੋਈ ਵੀ ਇੰਡੀਵਿਜੂਅਲ, ਜਿਵੇਂ ਹੁਣ ਆਪਾਂ ਫਲੈਗ ਪੋਲਿੰਗ ਦੀ ਗੱਲ ਕੀਤੀ, ਉਹ ਖੁੱਲ ਗਿਆ। ਔਰ ਜਿਹੜਾ ਟੈਂਪਰੇਰੀ ਜਿਹੜਾ ਐਲਐਮਆਈ ਹੈ ਤੇ ਹੁਣ ਟੈਂਪਰੇਰੀ ਰੈਜ਼ੀਡੈਂਟ ਵਰਕਰ ਬਣਨਾ ਹੈ, ਤਾਂ ਉਹ ਪਹਿਲਾਂ ਜੋ ਟਰੱਕ ਡਰਾਈਵਰ ਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦੇ ਹੋਣੇ ਚਾਹੀਦੇ ਨੇ ਜੀ। ਜੋ ਰਿਕੁਆਇਰਮੈਂਟਸ ਪੂਰੀਆਂ ਕਰਦੇ ਨੇ ਹਾਂਜੀ ਉਹਨਾਂ ਦਾ ਜ਼ਰੂਰ ਹੋ ਜਾਊਗਾ, ਪਰ ਜੋ ਰਿਕੁਆਇਰਮੈਂਟ ਨਹੀਂ ਪੂਰੇ ਕਰਦੇ ਫਿਰ ਉਹ ਮੁਸ਼ਕਿਲ ਹੈ ਜੀ। ਇਸ ਤੋਂ ਬਾਅਦ ਇਹਨਾਂ ਦਾ ਜਿਨ੍ਹਾਂ ਨੇ ਕਿਹਾ ਸੀ ਕਿ ਫਾਦਰ ਉਹਨਾਂ ਦੇ ਇੰਡੀਆ ਦੇ ਵਿੱਚ ਨੇ, ਵਿਜ਼ਟਰ ਵੀਜ਼ਾ ਮਿਲ ਚੁੱਕਿਆ ਤੇ ਇੱਥੇ ਬੁਲਾਉਣਾ ਚਾਹੁੰਦੇ ਨੇ, ਕੀ ਉਹ ਆ ਸਕਦੇ ਨੇ? ਬਿਲਕੁਲ, ਉਹ ਪਹਿਲਾਂ ਵੀ ਆ ਸਕਦੇ ਸੀ, ਉਹ ਅੱਜ ਵੀ ਆ ਸਕਦੇ ਆ, ਕਿਉਂਕਿ ਜਿਹੜਾ ਇਮੀਡੀਏਟ ਫੈਮਿਲੀ ਮੈਂਬਰ ਹੈਗਾ ਤੁਹਾਡਾ ਉਹ ਇਹ ਟਰੈਵਲ ਰਿਸਟ੍ਰਿਕਸ਼ਨਸ ਤੋਂ ਐਗਜ਼ੈਂਪਟ ਹੈਗਾ। ਸੋ ਉਹਦੇ ਚੋਂ ਸਪਾਊਸਸ ਹੈਗੇ ਨੇ, ਬੱਚੇ ਜਿਹੜੇ 22 ਸਾਲ ਤੋਂ ਛੋਟੇ ਨੇ, ਪੈਰੈਂਟਸ, ਗ੍ਰੈਂਡ ਪੈਰੈਂਟਸ ਤੇ ਗਾਰਡੀਅਨਸ, ਇਹ ਟਰੈਵਲ ਰਿਸਟ੍ਰਿਕਸ਼ਨ ਤੋਂ ਐਗਜ਼ੈਂਪਟ ਨੇ। ਸੋ ਇਹਨਾਂ ਤੇ ਕਦੇ ਵੀ ਰੋਕ ਨਹੀਂ ਸੀ। ਪਰ ਇਹਦੇ 'ਚ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਲੈਟਰ ਆਫ ਇੰਟਰੋਡਕਸ਼ਨ ਜਾਂ ਆਥੋਰਾਈਜ਼ੇਸ਼ਨ ਲੈਟਰ ਇਮੀਗ੍ਰੇਸ਼ਨ ਮਹਿਕਮੇ ਤੋਂ ਲੈਣਾ ਪੈਣਾ ਹੈਗਾ। ਉਹ ਲੈਟਰ ਦੇ ਵਿੱਚੋਂ ਤੁਸੀਂ ਸਭ ਤੋਂ ਪਹਿਲਾਂ ਦੱਸਣਾ ਕਿ ਤੁਹਾਡਾ ਰਿਲੇਸ਼ਨਸ਼ਿਪ ਇਮੀਡੀਏਟ ਫੈਮਿਲੀ ਮੈਂਬਰ ਨਾਲ ਕਿਵੇਂ ਹੈ। ਸੋ ਜੇ ਇਹ ਕੈਨੇਡਾ ਦੇ ਵਿੱਚੋਂ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ, ਉਹ ਇਹਨਾਂ ਦੇ ਪੈਰੈਂਟ ਨੇ, ਸੋ ਉਹਦਾ ਬਰਥ ਸਰਟੀਫਿਕੇਟ ਸਬੂਤ ਹੋ ਸਕਦਾ ਹੈ, ਕੋਈ ਵੀ ਸਬੂਤ ਜਿਹੜਾ ਦੱਸਦਾ ਹੋਵੇ ਪੈਰੈਂਟ ਨੇ। ਤੇ ਦੂਜਾ ਇਹਨਾਂ ਨੂੰ ਇਹ ਪ੍ਰੂਵ ਕਰਨਾ ਪੈਣਾ ਹੈ ਕਿ ਕੈਨੇਡਾ ਦੇ ਅੰਦਰ ਹੈਗੇ ਨੇ, ਤਾਂ ਹੀ ਆ ਸਕਦੇ ਨੇ ਜੋ ਕੈਨੇਡਾ 'ਚ ਪ੍ਰੈਜ਼ੈਂਟ ਹੈ। ਤੀਜਾ ਇਹਨਾਂ ਨੂੰ ਕੁਆਰੰਟੀਨ ਪਲਾਨ ਹੈ ਜਿਹੜਾ ਉਹ ਦੇਣਾ ਪੈਣਾ। ਕੁਆਰੰਟੀਨ ਪਲਾਨ 'ਚ ਸਭ ਤੋਂ ਪਹਿਲਾਂ ਹੈਗਾ ਕਿ 에ਅਰਪੋਰਟ ਤੋਂ ਇਹਨਾਂ ਦੇ ਜਿੱਥੇ ਤੱਕ ਵੀ ਉਹਨਾਂ ਦਾ ਰੈਜ਼ੀਡੈਂਸ ਉਹ ਕਿਵੇਂ ਟਰੈਵਲ ਕਰਨਾ ਉਹਨਾਂ ਨੇ। ਦੂਜਾ ਉਹਨਾਂ ਨੇ ਇਹ ਪ੍ਰੋਵਾਈਡ ਕਰਨਾ ਕਿ ਉੱਥੇ 65 ਈਅਰ ਤੋਂ ਵੱਡਾ ਬੰਦਾ ਕੋਈ ਉੱਥੇ ਨਾ ਰਹਿ ਰਿਹਾ ਹੋਵੇ। ਤੇ ਤੀਜਾ ਜਿਹੜੀਆਂ ਉਹਨਾਂ ਦੀਆਂ ਅਸੈਂਸ਼ੀਅਲ ਨੀਡਸ ਨੇ, ਜਿਵੇਂ ਫੂਡ ਹੋ ਗਿਆ, ਮੈਡੀਕਲ ਹੋ ਗਿਆ, ਉਹ ਉਹਨੂੰ ਕਿਵੇਂ ਪ੍ਰੋਵਾਈਡ ਕੀਤਾ ਜਾਊਗਾ। ਸੋ ਇਹ ਸਾਰੀਆਂ ਚੀਜ਼ਾਂ ਇਮੀਗ੍ਰੇਸ਼ਨ ਮਹਿਕਮੇ ਭੇਜਣੀਆਂ ਨੇ। ਉਹ ਤੋਂ ਬਾਅਦ ਉਹਨਾਂ ਨੇ ਲੈਟਰ ਆਫ ਇੰਟਰੋਡਕਸ਼ਨ ਜਾਂ ਆਥੋਰਾਈਜ਼ੇਸ਼ਨ ਦੇਣਾ, ਫਿਰ ਤੁਸੀਂ ਆਪਣੀ ਫਲਾਈਟ ਬੁੱਕ ਕਰ ਸਕਦੇ ਹੋ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਸਰ? ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ। ਕੀ ਸਵਾਲ ਕੀ ਹੈ ਸਰ ਤੁਹਾਡਾ? ਮੈਂ ਇਹ ਪੁੱਛਣਾ ਹੈ ਪੇਰੈਂਟਸ ਦੀ ਜਿਹੜੀ ਇਮੀਗ੍ਰੇਸ਼ਨ ਹੈ ਉਹ ਕਦੋਂ ਤੱਕ ਫਾਈਲਿੰਗ ਹੋਏਗੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਇਹਦੇ ਤੇ ਹਾਲੇ ਕੋਈ ਵੀ ਇਮੀਗ੍ਰੇਸ਼ਨ ਮਿਨਿਸਟਰ ਨੇ ਵਿਚਾਰ ਨਹੀਂ ਦਿੱਤਾ ਜੀ। ਉਹਨਾਂ ਨੇ ਅੱਗੇ ਪੋਸਟਪੋਨ ਕਰ ਦਿੱਤਾ। ਪਿੱਛੇ ਜਿਹੜਾ ਜਦੋਂ ਪ੍ਰੀ ਕੋਵਿਡ ਸਿਚੁਏਸ਼ਨ ਸੀ ਉਦੋਂ 1 ਅਪ੍ਰੈਲ ਤੱਕ ਉਹਨਾਂ ਨੇ ਦੱਸਣਾ ਸੀ ਕਿ ਨਵਾਂ ਪ੍ਰੋਗਰਾਮ ਕਿਸ ਦੀ ਰੂਪਰੇਖਾ ਹੋਊਗੀ, ਕਦੋਂ ਕਿਵੇਂ ਅਰਜ਼ੀਆਂ ਲਈਆਂ ਜਾਣਗੀਆਂ, ਕਿਸ ਤਰੀਕੇ ਨਾਲ ਲਈਆਂ ਜਾਣਗੀਆਂ, ਕਿੰਨੀਆਂ ਲਈਆਂ ਜਾਣਗੀਆਂ। ਪਰ ਉਹ ਜਦ ਤੱਕ 1 ਅਪ੍ਰੈਲ ਆਇਆ ਉਦੋਂ ਤੱਕ ਸਾਰਾ ਕੁਝ ਬੰਦ ਹੋ ਗਿਆ ਜੀ। ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਾਲੇ ਪ੍ਰਾਇੋਰਿਟੀ ਨਹੀਂ ਹੈਗੀ ਹੈ। ਸੋ ਉਹ ਤੋਂ ਬਾਅਦ ਉਹ ਅਨਾਊਂਸਮੈਂਟ ਕਰਨਗੇ ਜਦੋਂ ਸਿਚੁਏਸ਼ਨ ਹੈ ਜਿਹੜੀ ਉਹ
ਹੋਊਗੀ। ਪਰ ਇਹਦੇ ਨਾਲ ਬਾਕੀ ਜਿਹੜੀਆਂ ਕੈਟਾਗਰੀਜ਼ ਨੇ ਤਰਨ, ਉਹਨਾਂ ਨੂੰ ਜ਼ਰੂਰ ਪ੍ਰਾਇੋਰਟਾਈਜ਼ ਹੈ ਜਿਹੜਾ ਕੀਤਾ ਜਾ ਰਿਹਾ ਹੈਗਾ। ਰਾਦਰ ਕਿ ਪਿਛਲੇ ਸਾਲ ਨਾਲੋਂ ਆਹ ਸਾਲ ਜ਼ਿਆਦਾ ਨੰਬਰ ਆਫ ਇਨਵੀਟੇਸ਼ਨਸ ਨੇ ਜਿਹੜੀਆਂ ਉਹ ਆਈਆਂ ਨੇ, ਤੇ ਇਹਦੇ ਨਾਲ ਜਿਹੜੀ ਪ੍ਰੋਸੈਸਿੰਗ ਹੈ ਅਰਜ਼ੀਆਂ ਦੀ ਉਹ ਵੀ ਹੁਣ ਅੱਗੇ ਨਾਲੋਂ ਤੇਜ਼ ਹੁੰਦੀ ਹੈ, ਕਿਉਂਕਿ ਕੋਟਾ ਪੂਰਾ ਕਰਨ ਲਈ ਪ੍ਰੋਸੈਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋਊਗਾ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ 에어ਪੋਰਟ ਤੋਂ ਬੋਲ ਰਹੇ ਹਾਂ ਜੀ ਮੈਮ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਉੱਚੀ ਬੋਲੋਗੇ? ਹਾਂਜੀ, ਅਸੀਂ 에어ਪੋਰਟ ਤੋਂ ਬੋਲ ਰਹੇ ਹਾਂ ਜੀ ਮੈਮ, ਕੀ ਸਵਾਲ ਹੈ ਤੁਹਾਡਾ? ਹਾਂਜੀ, ਅਸੀਂ ਪੁੱਛਣਾ ਸੀ, ਜਿੱਦਾਂ ਸਾਡੇ ਸਟੂਡੈਂਟ ਹੈ ਉਹਨਾਂ ਦਾ ਵੀਜ਼ਾ ਉੱਥੇ ਲੱਗਿਆ 18 ਮਾਰਚ ਤੋਂ ਪਹਿਲਾਂ, ਤੇ ਉਹ ਉੱਥੇ ਆਨਲਾਈਨ ਕਲਾਸ ਲਾ ਰਹੇ ਆ, ਤੇ ਕੀ ਉਹ ਆ ਸਕਦੇ ਆ ਹੁਣ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ, ਉਹ ਤਾਂ ਹੀ ਆ ਸਕਦੇ ਆ ਜੀ ਜੇ ਉਹ ਉਹਨਾਂ ਦੀਆਂ ਕਲਾਸਿਸ ਇਨ ਪਰਸਨ ਲੱਗਣੀਆਂ ਹੈਗੀਆਂ ਨੇ। ਚਾਹੇ ਵੀਜ਼ਾ 18 ਮਾਰਚ ਤੋਂ ਬਾਅਦ ਵੀ ਪਹਿਲਾਂ ਵੀ ਮਿਲਿਆ, ਪਰ ਜੇ ਕਲਾਸਿਸ ਇਨ ਪਰਸਨ ਨਹੀਂ ਹੈਗੀਆਂ ਤਾਂ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ। ਸੋ ਉਹਦੇ ਲਈ ਵੀ ਸਭ ਤੋਂ ਪਹਿਲਾਂ ਤਾਂ ਕਾਲਜ ਨੇ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਕਿ ਉਹਨਾਂ ਦੀਆਂ ਕਲਾਸਿਸ ਇਨ ਪਰਸਨ ਹੋਣਗੀਆਂ। ਉਸ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਮਹਿਕਮੇ ਨੂੰ ਭੇਜਣਾ, ਉਹ ਈਮੇਲ ਦੇ ਥਰੂ ਹੋ ਜਾਂਦਾ ਜੀ। ਫਿਰ ਇਮੀਗ੍ਰੇਸ਼ਨ ਮਹਿਕਮਾ ਇੱਕ ਲੈਟਰ ਆਫ ਇਨਵੀਟੇਸ਼ਨ ਜਾਂ ਇੰਟਰੋਡਕਸ਼ਨ ਦਿੰਦਾ, ਉਹ ਦੇਖਣ ਤੋਂ ਬਾਅਦ ਹੀ 에ਅਰਲਾਈਨ ਤੁਹਾਨੂੰ ਜਹਾਜ਼ 'ਚ ਬਿਠਾਉਂਦੀ ਹੈ। ਸੋ ਜੇ ਤੁਹਾਡੀਆਂ ਕਲਾਸਿਸ ਆਨਲਾਈਨ ਨੇ ਤੇ ਤੁਸੀਂ ਇਨ ਪਰਸਨ ਨਹੀਂ ਹੋ ਰਹੀਆਂ, ਚਾਹੇ ਤੁਹਾਨੂੰ 18 ਮਾਰਚ ਤੋਂ ਪਹਿਲਾਂ ਵੀ ਵੀਜ਼ਾ, ਤਾਂ ਵੀ ਤੁਹਾਨੂੰ 에ਅਰਲਾਈਨ ਹੈ ਜਿਹੜੀ ਉਹ ਨਹੀਂ ਲੈ ਕੇ ਆਊਗੀ। ਤੇ ਉਹ ਥੋੜੇ ਚਿਰ ਨੋਟ ਕਲੀਅਰ ਹੋ ਜਾਣਾ ਜੀ ਕਿ ਇਨ ਪਰਸਨ ਹੋਊਗੇ ਜਾਂ ਸਟਿਲ ਆਨਲਾਈਨ। ਬਿਲਕੁਲ। ਨੈਕਸਟ ਦਰਸ਼ਕ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਮ ਬਰੰਪਟਨ ਤੋਂ ਬੋਲ ਰਿਹਾ ਜੀ ਸਰ, ਦੱਸੋ ਕੀ ਪੁੱਛਣਾ? ਮੈਮ ਮੇਰਾ ਸਵਾਲ ਸੀਗਾ, ਮੇਰੇ ਪੇਰੈਂਟਸ ਆਏ ਸੀਗੇ ਤੇ ਮੈਂ ਉਹਨਾਂ ਦੀ ਇੱਕ ਹਿਊਮੈਨਿਟੇਰੀਅਨ ਤੇ ਕੰਪੈਸ਼ਨੇਟ ਗਰਾਊਂਡ ਤੇ ਐਪਲੀਕੇਸ਼ਨ ਫਾਈਲ ਕਰਨਾ ਚਾਹੁੰਦਾ ਸੀ। ਮੇਰਾ ਕੁਐਸਚਨ ਇਹ ਸੀਗਾ ਵੀ ਆਨਲਾਈਨ ਫਾਈਲ ਹੋਏਗੀ ਜਾਂ ਬਾਈ ਪੇਪਰ ਕੈਨੇਡਾ ਪੋਸਟ ਰਾਹੀਂ ਮੈਨੂੰ ਫਾਈਲ ਕਰਨੀ ਪਏਗੀ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਵੀ ਜਿਹੜੀ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ ਨੇ ਉਹ ਆਨਲਾਈਨ ਫਾਈਲ ਨਹੀਂ ਹੋ ਸਕਦੀਆਂ। ਜਿਹੜੀਆਂ ਵੀ ਫੋਰਨ ਨੈਸ਼ਨਲ ਨੂੰ ਅਰਜ਼ੀਆਂ ਇਨਵੋਲਵ ਕਰਦੀਆਂ ਨੇ, ਟੈਂਪਰੇਰੀ ਰੈਜ਼ੀਡੈਂਟ ਸਟੇਟਸ ਦੇ ਉੱਤੇ ਨੇ, ਉਹ ਸਾਰੀ ਦੀਆਂ ਸਾਰੀਆਂ ਤੁਸੀਂ ਫਾਈਲ ਕਰ ਸਕਦੇ ਹੈਗੇ ਹੋ ਆਨਲਾਈਨ। ਪਰ ਜਿਹੜੀਆਂ ਵੀ ਕੋਈ ਪਰਮਨੈਂਟ ਰੈਜ਼ੀਡੈਂਟ ਸਟੇਟਸ ਜਾਂ ਸਿਟੀਜ਼ਨਸ਼ਿਪ ਐਪਲੀਕੇਸ਼ਨ ਨੇ, ਉਹ ਕੋਈ ਵੀ ਆਨਲਾਈਨ ਨਹੀਂ ਹੋ ਸਕਦੀ, ਕਿਉਂਕਿ ਇਹ ਸਿਸਟਮ ਇੰਨਾ ਫੇਅਰ ਨਹੀਂ ਹੈਗਾ। ਇਸੇ ਲਈ ਹੀ ਉਹਨੂੰ ਆਨਲਾਈਨ ਅਰਜ਼ੀ ਨਹੀਂ ਕੀਤੀ ਜਾ ਸਕਦੀ ਹੈਗੀ। ਰਾਦਰ ਕਿ ਜਦੋਂ ਤੁਸੀਂ ਆਪਣੀ ਇਨਵੀਟੇਸ਼ਨ ਆ ਜਾਂਦਾ ਤੁਹਾਨੂੰ ਪਰਮਨੈਂਟ ਰੈਜ਼ੀਡੈਂਸ, ਉਹ ਤੋਂ ਬਾਅਦ ਵੀ ਤੁਹਾਨੂੰ ਕਈ ਜਿਹੜਾ ਪੇਪਰ ਤਰੀਕੇ ਨਾਲ ਕਰਨਾ ਪੈਂਦਾ ਹੈਗਾ। ਪਰ ਜਿੰਨੀਆਂ ਵੀ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ ਨੇ ਜਿਹੜੀਆਂ PR ਤੇ ਸਿਟੀਜ਼ਨਸ਼ਿਪ ਨੂੰ ਇਨਵੋਲਵ ਕਰਦੀਆਂ ਨੇ, ਉਹ ਕੋਈ ਵੀ ਆਨਲਾਈਨ ਨਹੀਂ ਹੋ ਸਕਦੀ, ਪੇਪਰ ਹੀ ਕਰਨੀ ਪੈਣੀ ਹੈ। ਸਰ, ਹੁਣ ਆਪਾਂ ਗੱਲ ਕਰੀਏ ਜਿਹੜੇ ਬਾਰਡਰ ਓਪਨ ਹੋਏ ਆ, ਵਰਕ ਪਰਮਿਟ ਹੋਲਡਰਸ ਲਈ ਹੋਇਆ ਜਾਂ ਫਿਰ ਜਿਨ੍ਹਾਂ ਨੂੰ ਵੀ ਇਸ ਵਕਤ ਫਲੈਗ ਪੋਲਣ ਦੀ ਜ਼ਰੂਰਤ ਹੈਗੀ ਹੈ, ਚਾਹੇ ਉਹ PR ਹੋਲਡਰਸ ਨੇ, ਉਹ ਵੀ ਜਾ ਸਕਦੇ ਆ? ਬਿਲਕੁਲ। ਪਰਮਨੈਂਟ ਰੈਜ਼ੀਡੈਂਸ ਜੇ ਤੁਹਾਨੂੰ ਵੀਜ਼ਾ ਮਿਲ ਚੁੱਕਿਆ, ਤੁਸੀਂ ਲੈਂਡ ਹੋਣਾ, ਹਾਂਜੀ ਬਿਲਕੁਲ ਤੁਸੀਂ ਜਾ ਸਕਦੇ ਹੈਗੇ ਹੋ। ਪਰ ਤਰਨੇ ਦੀ ਜ਼ਰੂਰਤ ਨਹੀਂ ਪੈਂਦੀ ਅੱਜ ਕੱਲ੍ਹ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਹੀ ਤੁਹਾਨੂੰ ਪਰਮਨੈਂਟ ਰੈਜ਼ੀਡੈਂਸ ਤੁਹਾਡੀ ਅਪਰੂਵ ਹੋ ਜਾਂਦੀ ਹੈ ਤਾਂ ਤੁਹਾਨੂੰ ਆਨਲਾਈਨ ਹੀ ਲੈਂਡ ਕਰਾ ਦਿੱਤਾ ਹੈ। ਮਤਲਬ ਈਮੇਲ ਭੇਜ ਦਿੱਤੀ ਜਾਂਦੀ ਹੈ ਤੇ ਉਹ ਲੈਂਡਿੰਗ ਡਾਕੂਮੈਂਟ ਹੁੰਦਾ ਜਿਹੜਾ ਕਿ ਤੁਸੀਂ ਲੈਂਡ ਹੋ ਗਏ। ਸਿਰਫ ਕਈ ਇਹੋ ਜਿਹੇ ਕੇਸ ਨੇ ਜਿੱਥੇ ਕਿ ਪਰਸਨਲ ਇੰਟਰਵਿਊ ਦੀ ਜ਼ਰੂਰਤ ਪਵੇ, ਉੱਥੇ ਹੀ ਤੁਹਾਨੂੰ ਜਾ ਕੇ ਬਾਰਡਰ ਤੇ ਕਰਨਾ ਪਊਗਾ, ਅਦਰਵਾਈਜ਼ ਨਹੀਂ। ਹਾਂਜੀ, ਪਰ ਜੇ ਤੁਹਾਨੂੰ ਇਹ ਜ਼ਰੂਰਤ ਹੈਗੀ ਹੈ, ਹਾਂਜੀ ਤੁਸੀਂ ਜ਼ਰੂਰ ਕਰ ਸਕਦੇ ਹੋ। ਇਹਦੇ ਨਾਲ ਸਟੱਡੀ ਪਰਮਿਟ ਜੇ ਕਿਸੇ ਦਾ ਹੈਗਾ, ਉਹ ਵੀ ਉੱਥੇ ਜਾ ਕੇ ਕਰ ਸਕਦੇ ਹੈਗੇ ਆ, ਪ੍ਰੋਵਾਈਡਡ ਕਿ ਉਹ ਕੈਟਾਗਰੀ ਦੇ ਥੱਲੇ ਫਾਲ ਕਰਦੇ ਹੋਣ ਜੀ। ਤੋ ਚਾਹੇ ਵਿਜ਼ਿਟਰ ਹੈ, ਸਟੂਡੈਂਟ ਹੈ, ਚਾਹੇ ਵਰਕਰ ਹੈ, ਉਹ ਫਲੈਗ ਪੋਲ ਕਰਨਾ ਚਾਹੁੰਦੇ, ਜਿਵੇਂ ਆਪਾਂ ਪਹਿਲਾਂ ਦੱਸਿਆ, ਜੋ ਰਿਕੁਆਇਰਮੈਂਟਸ ਮੀਟ ਕਰਦੇ ਆ ਤੇ ਉਹਨਾਂ ਕੋਲ ਮੈਡੀਕਲ ਹੈਗਾ, ਉਹ ਜ਼ਰੂਰ ਜਾ ਕੇ ਕਰ ਸਕਦੇ। ਸਰ, ਤੁਸੀਂ ਇੱਕ ਦੱਸ ਰਹੇ ਸੀ ਵਿੱਚ ਦੀ ਕਿ ਕੁਝ ਕੰਡੀਸ਼ਨਸ ਹੈਗੀਆਂ ਨੇ, ਜੇ ਤੁਸੀਂ ਜਾਂਦੇ ਹੋ, ਇੱਕ ਵਾਰੀ ਬਾਰਡਰ ਕ੍ਰਾਸ ਕਰਦੇ ਹੋ, ਤੁਹਾਨੂੰ ਵਾਪਸ ਆਉਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਉਹ ਕੰਡੀਸ਼ਨਸ ਕਿਹੜੀਆਂ ਸੀ? ਬਿਲਕੁਲ, ਉਹਨਾਂ ਦੇ ਵਿੱਚੋਂ ਜਿਹੜੀਆਂ, ਜੇ ਤੁਸੀਂ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਨਹੀਂ ਆਉਂਦੇ, ਤੋ ਕਹਿਣ ਦਾ ਮਤਲਬ ਹੈ ਕਿ ਤੁਸੀਂ ਤੁਹਾਡਾ ਕੋਈ ਇਮੀਡੀਏਟ ਫੈਮਿਲੀ ਮੈਂਬਰ ਕੈਨੇਡਾ 'ਚ ਨਹੀਂ ਹੈਗਾ, ਜਾਂ ਤੁਹਾਡਾ ਟ੍ਰਿਪ ਸਿਰਫ ਡਿਸਕ੍ਰੈਸ਼ਨਰੀ ਪਰਪਸ ਲਈ ਸੀਗਾ, ਤਾਂ ਫਿਰ ਤੁਹਾਨੂੰ ਆਉਣ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਜਾਊਗੀ। ਜੇ ਤੁਸੀਂ ਸਪੈਸੀਫਿਕਲੀ ਫਲੈਗ ਪੋਲ ਕਰਨ ਲਈ ਹੀ ਬਾਰਡਰ ਕ੍ਰਾਸ ਕੀਤਾ ਸੀ, ਸਿਰਫ ਤਾਂ ਹੀ ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਊਗੀ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਮਸਕਾਰ ਜੀ। ਨਮਸਕਾਰ ਜੀ। ਮੈਂ ਗੁਰਮੀਤ ਬੋਲ ਰਹੀ ਹਾਂ ਜੀ। ਜੀ ਗੁਰਮੀਤ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਮੇਰਾ ਸਵਾਲ ਇਹ ਹੈ ਕਿ ਮੈਂ ਵਿਜ਼ਟਰ ਆ ਇੱਥੇ ਆਈ ਹੋਈ,
ਤੇ ਮੈਂ ਗੁਰਦੁਆਰੇ ਵਿੱਚ ਰਿਲੀਜੀਅਸ ਟੀਚਰ ਉਹਦੇ ਰਿਗਾਰਡਿੰਗ ਵਰਕ ਪਰਮਿਟ ਲੈਣ ਬਾਰੇ ਸੋਚ ਰਹੀ ਹਾਂ ਤੇ ਇਹਦੇ ਵਿੱਚ LMI ਦੀ ਜ਼ਰੂਰਤ ਤਾਂ ਨਹੀਂ ਹੁੰਦੀ ਤੇ ਕੀ ਇਹਦੇ ਵਿੱਚ PR ਹੈ? ਜੀ ਸਰ, ਤੁਸੀਂ ਕੁਝ ਪੁੱਛਣਾ ਇਹਦੇ ਬਾਰੇ ਚਾਹੁੰਦੇ ਹੋ? ਪੁੱਛਣਾ ਸੀ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਦੀ ਆਪਾਂ ਕਾਲ ਹੋਰ ਲੈ ਲਈਏ। ਹੈਲੋ। हाय सर सर मेरा एक क्वेश्चन है कि पेपर डॉक्यूमेंट जो स्पाइसर वीज़ा लिया उन्होंने प्रोसेसिंग स्टार्ट हो गई कि उन्होंने भी लिया मैंने एप्लीकेशन तक चेक कर रहे हैं बट उन्होंने कोई कंफर्मेशन नंबर नहीं अभी तक सेंड किया। ਸਰ ਮੈਨੂੰ ਸਵਾਲ ਨਹੀਂ ਮੈਨੂੰ ਸਮਝ ਇਹ ਆਇਆ। ਸਵਾਲ ਸਰ ਸਮਝ ਤੁਸੀਂ ਆਇਆ ਆਪਣਾ ਥੋੜਾ ਜਿਹਾ ਸਵਾਲ ਦੁਬਾਰਾ ਰਿਪੀਟ ਕਰੋਗੇ? ਤੁਹਾਡੀ ਆਵਾਜ਼ ਬਿਲਕੁਲ ਸਮਝ ਨਹੀਂ ਆਈ। ओके सॉरी ਹੁਣ ਆ ਰਹੀ ਹੈ ਆਵਾਜ਼? ਬਿਲਕੁਲ ਜੀ, ਬਿਲकुल। हाँ जी मैं पूछ रहा थी कि जो पेपर एप्लीकेशन था स्पाउसल वीज़ा लिए स्पाउसल वीज़ा और उन्होंने हाँ जी उन्होंने वो प्रोसेस मतलब क्योंकि एप्लीकेशन तो उन्होंने एक्सेप्ट कर ली थी बट वो तो बाद तक कंफर्मेशन वगैरह जो सेंड कर दिया उन्होंने कुछ भी सेंड नहीं किया ਸੀ और मतलब उसकी कोई प्रोसेसिंग स्टार्ट हुई है हल्ले? ਤੁਸੀਂ ਕਦੋਂ ਐਪਲੀਕੇਸ਼ਨ ਕੀਤਾ ਸੀ ਜੀ? मार्च। हाँ जी, तो बिल्कुल वो प्रोसेस हो रही है नहीं जी। एप्लीकेशन उन्होंने रिसीव कर ली है तो बिल्कुल प्रोसेस कराया जाऊगा। थोड़ी एप्लीकेशन च मेनली ਜਿਹੜਾ डिले ਦਾ ਕਾਰਨ ਹੈਗਾ ਉਹ ਸੋਸ਼ਲ ਸਿਕਿਉਰਿਟੀ ਚੈੱਕ ਹੈਗਾ ਕਿਉਂਕਿ ਜੇ ਲੋ ਇਨਕਮ ਹੋਵੇ ਤਾਂ ਫਿਰ ਉਹਨਾਂ ਨੂੰ ਜਿਹੜਾ ਲੋਕਲ ਤੁਹਾਡਾ ਮਿਊਨਿਸਪੈਲਿਟੀ ਹੈਗੀ ਹੈ ਉਹਨੂੰ ਸੋਸ਼ਲ ਸਰਵਿਸ ਚੈੱਕ ਲਈ ਭੇਜਣਾ ਪੈਂਦਾ ਹੈ। ਤੇ ਸੋਸ਼ਲ ਸਰਵਿਸ ਚੈੱਕ ਦਾ ਮਤਲਬ ਹੈ ਕਿ ਤੁਸੀਂ ਕਦੇ ਵੈਲਫੇਅਰ ਜਾਂ ਕਦੇ ਨਹੀਂ ਲਿਆ ਹੈਗਾ, ਕੋਈ ਵੀ ਪਬਲਿਕ ਫੰਡਸ ਨੂੰ ਐਕਸੈਸ ਨਹੀਂ ਸੀ ਤੁਹਾਡਾ ਤੇ ਜੇ ਉਹ ਕਿਉਂਕਿ ਮਿਊਨਿਸਪੈਲਿਟੀ ਨੇ ਉਸ ਗੱਲ ਦਾ ਜਵਾਬ ਦੇਣਾ ਹੈ ਤੇ ਜਿੰਨਾ ਚਿਰ ਮਿਊਨਿਸਪੈਲਿਟੀ ਉਸ ਗੱਲ ਦਾ ਜਵਾਬ ਨਹੀਂ ਦਿੰਦੀ ਉਹਨਾਂ ਚਿਰ ਉਹ ਅੱਗੇ ਪ੍ਰੋਸੈਸ ਨਹੀਂ ਕੀਤੀ ਜਾਂਦੀ। ਜੇ ਤੁਸੀਂ ਲਾਈਕੋ ਕ੍ਰਾਈਟੇਰੀਆ ਨਹੀਂ ਮੀਟ ਕਰਦੇ ਹੈਗੇ, ਤੁਸੀਂ ਹਸਬੈਂਡ ਵਾਈਫ ਹੈ ਲੈ ਕੇ ਅਪਲਾਈ ਕੀਤਾ ਹੈ, ਤੁਹਾਡੀ ਇਨਕਮ 35,000 ਤੋਂ ਘੱਟ ਹੈਗੀ ਹੈ ਤਾਂ ਉਹ ਕਈ ਵਾਰੀ ਸੋਸ਼ਲ ਸਿਕਿਉਰਿਟੀ ਚੈੱਕ ਲਈ ਚਲਿਆ ਜਾਂਦਾ। ਸੋ ਉਨਾ ਚਿਰ ਉਹ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਊਗੀ ਜਦੋਂ ਤੱਕ ਮਿਊਨਿਸਪੈਲਿਟੀ ਉਹਦਾ ਜਵਾਬ ਨਹੀਂ ਦਿੰਦੀ। ਤੇ ਆਪਾਂ ਨੂੰ ਪਤਾ ਹੁਣ ਤੱਕ ਮਿਊਨਿਸਪੈਲਿਟੀਜ਼ ਲੰਬਾ ਸਮਾਂ ਜਿਹੜੀਆਂ ਬੰਦ ਰਹੀਆਂ ਨੇ ਇਹੀ ਕਰਕੇ ਡਿਲੇ ਹੈ। ਪਰ ਜੇ ਤੁਹਾਡੀ ਐਪਲੀਕੇਸ਼ਨ ਉਹ ਕ੍ਰਾਈਟੇਰੀਆ ਨੂੰ ਮੀਟ ਕਰਦੀ ਹੈ ਤਾਂ ਬਿਲਕੁਲ ਪ੍ਰੋਸੈਸ ਹੋ ਜੂਗੀ ਜੀ। ਬਿਲकुल, ਬਹੁਤ ਬਹੁਤ ਧੰਨਵਾਦ ਜੀ। ਨੈਕਸਟ ਕਾਲਰ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ, ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਅਸੀਂ ਕੈਨੇਡਾ ਤੋਂ ਇੱਥੋਂ ਬੋਲਦੇ ਹਾਂ ਜੰਮੂ। ਜੀ ਦੱਸੋ, ਕੀ ਸਵਾਲ ਹੈ ਜੀ ਤੁਹਾਡਾ? ਤੇ ਅਸੀਂ ਵੀਰ ਜੀ ਨੂੰ ਇਹ ਪੁੱਛਣਾ ਵੀ ਸਾਨੂੰ 3.5 ਸਾਲ ਪੌਣੇ 7 ਸਾਲ ਹੋ ਗਏ ਨੂੰ ਅਸੀਂ ਉਦੋਂ ਦੀ ਆਪਣੀ ਇੰਸ਼ੋਰੈਂਸ ਵੀ ਭਰਾਉਂਦੇ ਹਾਂ ਤੇ ਅਸੀਂ 6 ਹਫ਼ਤੇ ਰਹਿ ਕੇ ਆਏ ਹਾਂ ਸਿਰਫ ਇੰਡੀਆ ਜੀ। ਅਸੀਂ ਪੁੱਛ ਰਹੇ ਹਾਂ ਵੀ ਆ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ? ਸਾਡੇ ਸਾਰੇ ਇੱਥੇ ਸਾਡਾ ਉੱਥੇ ਕੋਈ ਨਹੀਂ ਵੀ ਅਸੀਂ ਆਪਣੇ ਬੇਟੇ ਕੋਲ ਆਏ ਹਾਂ ਜੀ। ਹਾਂਜੀ, ਮੇਰੀ ਏਜ ਹੈਗੀ 52 ਤੇ ਹਸਬੈਂਡ ਦੀ ਹੈਗੀ 66 ਵੀ ਅਸੀਂ ਕਰ ਸਕਦੇ ਹਾਂ ਵਰਕ ਪਰਮਿਟ ਵਾਲੇ ਅਪਲਾਈ? ਜੀ, ਆਪਾਂ ਟੀਵੀ ਸਕਰੀਨ ਤੇ ਦੇਖੀਏ ਸਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜਾਂ ਸਾਨੂੰ PR ਵਾਲੀ ਫਾਈਲ ਲਾਉਣੀ ਬਿਹਤਰ ਹੋਵੇ ਪੁੱਛਣਾ ਵੀ ਤੁਸੀਂ ਵਰਕ ਪਰਮਿਟ ਜਾਂ PR ਚ ਆਪਸ਼ਨ ਪੁੱਛ ਰਹੇ ਹੋ ਵੀ ਕਿਹੜਾ ਬੈਟਰ ਹੋਏਗਾ? ਹਾਂਜੀ, ਵੀ ਦੋਨਾਂ ਚੋਂ ਵੀ ਸਾਨੂੰ ਕੀ ਠੀਕ ਰਹੂਗਾ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ। ਹੈਲੋ ਜੀ, ਸ਼ਾਇਦ ਸਾਡਾ ਫੋਨ ਉਹਨਾਂ ਨਾਲ ਡਿਸਕਨੈਕਟ ਹੋ ਗਿਆ ਜੀ। ਸਰ ਆਪਾਂ ਸਵਾਲਾਂ ਦੇ ਜਵਾਬ ਦਈਏ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਕਾਲ ਕੀਤੀ ਸੀ, ਇੱਕ ਦਰਸ਼ਕ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਬਰੈਂਪਟਨ ਤੋਂ ਹੀ ਬੋਲ ਰਹੀ ਹਾਂ ਜੀ। ਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਮ ਮੇਰਾ ਇਹ ਸਵਾਲ ਹੈ ਜੀ, ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕੀਤਾ ਸੀਗਾ ਫੋਨ, ਉਦੋਂ ਆਥੋਰਾਈਜੇਸ਼ਨ ਲੈਣ ਲਈ ਨਾ ਜਿਹੜੀ ਵੈਬਸਾਈਟ ਤੇ ਕਿਹਾ ਸੀਗਾ ਤੇ ਜਾ ਕੇ ਆਥੋਰਾਈਜੇਸ਼ਨ ਲੈਣੀ ਹੈਗੀ ਇੰਡੀਆ ਤੋਂ ਵਿਜ਼ਿਟ ਕਰਨਾ ਸੀ ਮੇਰੇ ਪਾਪਾ ਨੇ। ਅਸੀਂ ਸਾਰੇ ਪ੍ਰੂਫ ਭੇਜ ਕੇ ਉਹਨਾਂ ਨੂੰ ਕੀਤਾ ਤੇ ਉਹਨਾਂ ਦਾ ਮੈਸੇਜ ਆ ਗਿਆ ਹੈਗਾ ਕਿ ਤੁਹਾਨੂੰ ਜੇ ਤੁਸੀਂ ਇੱਥੇ PR ਹੋ ਜਾਂ ਸਿਟੀਜ਼ਨ ਹੋ ਦੈਨ ਤੁਹਾਨੂੰ ਆਥੋਰਾਈਜੇਸ਼ਨ ਦੀ ਲੋੜ ਨਹੀਂ ਹੈਗੀ। ਬਟ ਸਰ ਕਹਿ ਰਹੇ ਹੈਗੇ ਵੀ ਤੁਹਾਨੂੰ ਆਥੋਰਾਈਜੇਸ਼ਨ ਦੀ ਲੋੜ ਹੈਗੀ। ਅਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਈਮੇਲ ਕੀਤੀ ਸੀ, ਉਹਨਾਂ ਦਾ ਇਲੈਕਟ੍ਰੋਨਿਕ ਸਾਨੂੰ ਨਾਲ ਹੀ ਆਟੋਮੈਟਿਕ ਮੈਸੇਜ ਆ ਜੀ। ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਇਹ ਕੀ ਚੱਕਰ ਹੈ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ, ਕੋਈ ਪੁੱਛਣਾ ਤਾਂ ਨਹੀਂ ਹੈ? ਬਿਲਕੁਲ ਜੀ। ਸੋ ਇਹੀ ਚਿੱਠੀ ਹੈ ਜਿਹੜੀ ਉਹਨਾਂ ਨੂੰ ਚਾਹੀਦੀ ਹੈ, ਇਹੀ ਉਹਨਾਂ ਨੇ 에ਅਰਲਾਈਨ ਨੂੰ ਦਿਖਾਉਣੀ ਹੈਗੀ ਹੈ ਕਿਉਂਕਿ ਉਹ ਐਗਜ਼ੈਂਪਸ਼ਨ ਦੀ ਰਿਕੁਆਇਰਮੈਂਟ ਮੀਟ ਕਰਦੀ ਹੈ। ਉਹੀ ਆਥੋਰਾਈਜੇਸ਼ਨ ਲੈਟਰ ਹੈ, ਤੁਸੀਂ ਇਹੀ ਚਿੱਠੀ ਦਿਖਾਉਣੀ ਹੈ ਜੀ ਉਹਨਾਂ ਨੂੰ। ਬਿਲਕੁਲ ਜੀ। ਹੈਲੋ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਮੈਮ ਸਤਿ ਸ਼੍ਰੀ ਅਕਾਲ। ਅਤੇ ਮੈਮ ਇਹ ਪੁੱਛਣਾ ਸੀਗਾ ਮੈਂ ਕਿ ਮੈਂ ਇੱਥੇ ਵਰਕ ਪਰਮਿਟ ਤੇ ਹਾਂ, ਮੇਰੀ ਬੇਬੀ 5 ਸਾਲ ਦੀ ਹੈ ਕੁੜੀ ਤੇ ਮੇਰੀ ਮਦਰ ਨੇ ਇੰਡੀਆ ਜਾਣਾ ਹੈ 3 ਮੰਥ ਬਾਅਦ। ਕੀ ਉਹਨੂੰ ਇੰਡੀਆ ਦਾ ਵੀਜ਼ਾ ਮਿਲ ਜਾਏਗਾ?
ਮੈਂ ਇੰਡੀਆ ਦੇ ਵੀਜ਼ੇ ਬਾਰੇ ਤਾਂ ਨਹੀਂ ਕੋਈ ਜਾਣਕਾਰੀ ਬਿਲਕੁਲ। ਦੇ ਸਕਦਾ ਜੀ। ਜੀ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਦੀ ਗੱਲ ਕਰ ਰਹੇ ਹਾਂ। ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦਾ ਸਵਾਲ ਹੈ ਤਾਂ ਅਸੀਂ ਉਹਦਾ ਆਨਸਰ ਦੇ ਸਕਦੇ ਹਾਂ। ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਆ। ਹੈਲੋ ਆਵਾਜ਼ ਘੱਟ ਕਰਿਓ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਜ਼ਰੂਰ ਘੱਟ ਕਰ ਲਿਓ। ਹਾਂਜੀ, ਮੈਂ ਬੰਦ ਕਰ ਲਈ। ਜੀ ਬਿਲਕੁਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬਰੈਂਪਟਨ ਤੋਂ ਬੋਲਦੀ ਹਾਂ। ਜੀ ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਮੈਂ ਪੁੱਛਣਾ ਸੀ ਜਿਹੜੇ 18 ਤਰੀਕ ਤੋਂ ਪਹਿਲਾਂ ਸਟੂਡੈਂਟਾਂ ਨੂੰ ਵੀਜ਼ੇ ਮਿਲੇ ਹੋਏ ਨੇ, ਉਹ ਆ ਸਕਦੇ ਹੁਣ ਜਾਂ ਨਹੀਂ? ਉਹਨਾਂ ਨੂੰ ਪਰਮਿਸ਼ਨ ਨਹੀਂ ਦੇ ਰਹੇ। ਮੈਮ ਇਹਦਾ ਆਲਰੇਡੀ ਜਵਾਬ ਦਿੱਤਾ ਜਾ ਚੁੱਕਿਆ। ਤੁਸੀਂ ਇੱਕ ਵਾਰੀ ਟੀਵੀ ਸਕਰੀਨ ਦੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਬੈਕ ਕਰਕੇ ਵੇਖ ਸਕਦੇ ਹੋ। ਅਸੀਂ ਪ੍ਰੋਗਰਾਮ ਦੇ ਅਖੀਰ 'ਚ ਇਹਦਾ ਦੁਬਾਰਾ ਤੋਂ ਸਵਾਲ ਦਾ ਜਵਾਬ ਦੇ ਦੇਵਾਂਗੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਮੈਂ BC ਤੋਂ ਬੋਲ ਰਿਹਾ ਸੀ ਜੀ। ਹਾਂਜੀ ਸਰ, ਕੀ ਸਵਾਲ ਹੈ? ਤੇ ਮੇਰਾ ਸਰਦੀਆਂ ਕੁਐਸਚਨ ਸੀ ਕਿ ਅਸੀਂ ਨਾ ਆਏ ਸੀ, ਰਿਸ਼ਤੇਦਾਰ ਆਏ ਸੀ ਇੱਥੇ, ਤੇ ਮੇਰੀ ਵਾਈਫ ਨੇ ਫਾਰਮਰ ਦਾ ਲੈ ਲਿਆ ਸੀ ਵੀਜ਼ਾ, ਤੇ ਜੇ ਉਹਨੂੰ ਤਕਰੀਬਨ ਸਾਲ ਹੋਣ ਵਾਲਾ, ਤੇ ਉਹ ਆਪਾਂ ਨੈਣੀ ਚੋਂ ਕਨਵਰਟ ਕਰਵਾ ਸਕਦੇ ਆ ਜਾਂ ਆਪਾਂ ਨੂੰ ਪਿੱਛੇ ਨੈਣੀ ਦਾ ਐਕਸਪੀਰੀਅੰਸ ਵੀ ਚਾਹੀਦਾ? ਉਹਨਾਂ ਦੀ BA MA B.Ed ਕੀਤੀ ਹੋਈ ਆ ਜੀ ਸਰ, ਕੁਝ ਪੁੱਛਣਾ ਜਾਂ ਆਪਾਂ ਆਨਸਰ ਦਈਏ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਸ ਵਕਤ ਲਾਸਟ ਕਾਲ ਅਸੀਂ ਲੈ ਰਹੇ ਹਾਂ, ਬਹੁਤ ਕਾਲਸ ਦੇ ਆਨਸਰ ਪੈਂਡਿੰਗ ਪਏ ਆ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਬਰੈਂਪਟਨ ਤੋਂ। ਹਾਂਜੀ ਖਹਿਰਾ ਸਾਹਿਬ ਨਾਲ ਗੱਲ ਕਰ ਸਕਦੇ? ਬਿਲਕੁਲ ਜੀ, ਨਾਲ ਹੀ ਬੈਠੇ ਨੇ ਖਹਿਰਾ ਸਾਹਿਬ, ਦੱਸੋ ਕੀ ਪੁੱਛਣਾ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਪੁੱਛਣਾ ਸੀਗਾ ਨੈਣੀ ਲਈ ਅਪਲਾਈ ਕਰਨਾ ਸੀ ਬੇਟੀ ਦਾ। GNM ਨਰਸਿੰਗ ਕੀਤੀ ਹੋਈ ਆ ਉਹਨਾਂ ਦੀ, 3.5 ਸਾਲ ਦੀ, 2 ਸਾਲ ਦਾ ਐਕਸਪੀਰੀਅੰਸ ਆ, ਆਈਲੈਟਸ ਤੇ 5 ਬੈਂਡ ਆ ਉਹਨਾਂ ਦੀ। ਜੀ ਜ਼ਰੂਰ। ਉਹਨਾਂ ਦੀ ਅੰਗੇਜਮੈਂਟ ਹੋਈ ਵੀ ਆ, ਪੁੱਛਣਾ ਸੀ ਵੀ ਉਹਨਾਂ ਦਾ ਇਕੱਲਿਆਂ ਦਾ ਲੱਗੂਗਾ ਜਾਂ ਮੈਰਿਜ ਕਰਕੇ ਉਹਨਾਂ ਦੀ ਹਸਬੈਂਡ ਦਾ ਇਕੱਠਿਆਂ ਦੀ ਲੱਗ ਸਕਦੀ ਹੈ ਫਾਈਲ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਸਰ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ ਤਾਂ ਮੈਂ ਖੁਦ ਕਨਫਿਊਜ਼ ਹਾਂ ਕਿ ਕਿੱਥੋਂ ਸਟਾਰਟ ਹੋ ਰਿਹਾ। ਇੱਕ ਸਰ ਦੀ ਕਾਲ ਆਈ ਸੀ, ਉਹਨਾਂ ਨੂੰ ਪੁੱਛਣਾ ਸੀ, ਮੈਮ ਦੀ ਕਾਲ ਆਈ ਸੀ, ਰਿਲੀਜੀਅਸ ਟੀਚਰ ਦਾ, ਉਹ ਕਹਿੰਦੇ ਸਨ ਗੁਰੂ ਘਰ ਦੇ ਵਿੱਚ ਇਹਨਾਂ ਨੇ। ਹਾਂਜੀ, ਸੋ ਜਿਹੜਾ ਉਹ LMI ਐਗਜ਼ੈਂਪਟ ਹੈਗਾ ਜੀ, ਉਹਦੇ ਲਈ LMI ਦੀ ਜ਼ਰੂਰਤ ਨਹੀਂ, ਪਰ ਤੁਹਾਡੇ EMPLOYER ਨੂੰ ਇੱਕ ਆਥੋਰਾਈਜੇਸ਼ਨ ਕੋਡ ਹੈਗਾ ਜਿਹੜਾ ਉਹ ਲੈਣਾ ਪੈਣਾ ਹੈਗਾ। ਉਹ ਤੁਹਾਡੇ EMPLOYER ਜੇ ਪਹਿਲਾਂ ਕਰ ਚੁੱਕੇ ਹੈ ਤਾਂ ਆਲਰੇਡੀ ਉਹਨਾਂ ਦਾ ਅਕਾਊਂਟ ਸੈਟਅਪ ਹੈਗਾ। ਉਸੇ ਅਕਾਊਂਟ 'ਚੋਂ ਜਾ ਕੇ ਇੱਕ ਆਥੋਰਾਈਜੇਸ਼ਨ ਕੋਡ ਲੈਣਾ, ਉਹ ਆਥੋਰਾਈਜੇਸ਼ਨ ਕੋਡ ਲੈ ਕੇ ਤੇ ਉਸ ਤੋਂ ਬਾਅਦ ਤੁਹਾਡੀ ਅਰਜ਼ੀ ਕਰ ਸਕਦੇ ਨੇ। ਤੇ ਦੂਜਾ ਹਿੱਸਾ ਸਵਾਲ ਦਾ ਉਹਨਾਂ ਦਾ ਸੀ, ਉਹ PR ਲਈ ਐਲੀਜੀਬਲ ਹੋਣਗੇ? ਹਾਂਜੀ, ਜੇ ਤੁਹਾਡਾ ਅੱਗੇ EMPLOYER ਤੁਹਾਨੂੰ ਅੱਗੇ ਮਦਦ ਕਰਨ ਨੂੰ ਤਿਆਰ ਹੋਊਗਾ, ਹਾਂਜੀ ਜ਼ਰੂਰ ਤੁਸੀਂ ਐਲੀਜੀਬਲ ਹੋ ਸਕੋਗੇ ਜੀ। ਜੀ ਬਿਲਕੁਲ। ਨੈਕਸਟ ਜੀ ਕੈਨੇਡਾ ਤੋਂ ਮੈਮ ਦੀ ਕਾਲ ਆਈ ਸੀ, ਉਹ ਕਹਿ ਰਹੇ ਸੀ ਕਿ 5.5 ਸਾਲ ਉਹਨਾਂ ਨੂੰ ਇੱਥੇ ਆਇਆ ਨੂੰ ਹੋ ਗਏ ਨੇ, ਇੰਸ਼ੋਰੈਂਸ ਵੀ ਭਰ ਰਹੇ ਨੇ, ਉਹ ਵਰਕ ਪਰਮਿਟ ਤੇ ਉਹਨਾਂ ਲਈ ਅਪਲਾਈ ਕਰਨਾ ਬੈਟਰ ਹੋਏਗਾ ਜਾਂ ਫਿਰ ਉਹ PR ਲਈ ਆਪਣੇ ਬੱਚਿਆਂ ਦੇ? ਹਾਂਜੀ, ਉਹਨਾਂ ਨੇ ਦੱਸਿਆ ਸੀ ਉਹ 52 ਈਅਰ ਓਲਡ ਹੈਗੇ ਨੇ ਤੇ ਉਹਨਾਂ ਦੇ ਹਸਬੈਂਡ 58 ਈਅਰ ਓਲਡ ਨੇ। ਹਾਂਜੀ, ਜੇ ਉਹ ਵਰਕ ਪਰਮਿਟ ਦੀਆਂ ਰਿਕੁਆਇਰਮੈਂਟ ਪੂਰੀਆਂ ਕਰਦੇ ਨੇ, ਜ਼ਰੂਰ ਵਰਕ ਪਰਮਿਟ ਲੈ ਸਕਦੇ ਨੇ। ਪਰ ਐਜ਼ ਸੱਚ ਇਹ ਨਹੀਂ ਹੈਗਾ ਨਾ, ਜਿੰਨਾ ਚਿਰ ਉਹਨਾਂ ਨੂੰ ਕੋਈ ਹਾਇਰ ਨਹੀਂ ਕਰਦਾ EMPLOYER, ਉਹਨਾਂ ਚਿਰ ਤਾਂ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੋ ਸਕਦੇ। ਤੇ ਦੂਜਾ ਜਿਹੜਾ PR ਦਾ ਕੇਸ ਹੈਗਾ, ਉਹ ਤਾਂ ਜੇ ਉਹਨਾਂ ਦਾ ਚਾਈਲਡ ਐਲੀਜੀਬਲ ਹੋਊਗਾ, ਇਨਕਮ ਰਿਕੁਆਇਰਮੈਂਟ ਮੀਟ ਕਰਦੇ ਆ ਜਾਂ ਪਰਮਨੈਂਟ ਰੈਜ਼ੀਡੈਂਟ ਹੈ ਜਾਂ ਸਿਟੀਜ਼ਨ ਹੈ, ਤੇ ਉਸ ਤੋਂ ਬਾਅਦ ਜਦੋਂ ਅਰਜ਼ੀਆਂ ਖੁੱਲਣਗੀਆਂ ਉਸੇ ਵੇਲੇ ਉਹ ਅਪਲਾਈ ਕਰ ਸਕਣਗੇ। ਬਿਲਕੁਲ ਜੀ। ਨੈਕਸਟ ਜੀ BC ਤੋਂ ਜਿਨ੍ਹਾਂ ਦੀ ਕਾਲ ਆਈ ਸੀ, ਉਹਨਾਂ ਦੀ ਵਾਈਫ ਦੇ ਕੋਲ ਫਾਰਮਰ ਦਾ ਵੀਜ਼ਾ ਸੀ, ਫਾਰਮ ਵੀਜ਼ਾ ਸੀ, ਤੇ ਉਸ ਤੋਂ ਬਾਅਦ ਕਹਿ ਰਹੇ ਨੇ ਕਿ ਨੈਨੀ ਦੇ ਵਿੱਚ ਇਹਨੂੰ ਕਨਵਰਟ ਕਰ ਸਕਦੇ ਨੇ, ਵੀਜ਼ੇ ਨੂੰ ਚੇਂਜ ਕਰ ਸਕਦੇ ਨੇ। ਜੀ ਬਿਲਕੁਲ। ਸੋ ਇਹਦੇ 'ਚ ਉਹਨਾਂ ਨੇ ਅਧੂਰੀ ਜਾਣਕਾਰੀ ਜਿਹੜੀ ਦਿੱਤੀ ਹੈਗੀ ਹੈ। ਉਹਨਾਂ ਦਾ ਇਹ ਸੀਗਾ ਕਿ ਉਹਨਾਂ ਨੂੰ ਨੈਨੀ ਦਾ ਐਕਸਪੀਰੀਅੰਸ ਜਾਂ ਪੜ੍ਹਾਈ ਚਾਹੀਦੀ ਹੈ। ਸੋ ਜੇ ਉਹਨਾਂ ਕੋਲੇ ਨੈਨੀ ਦਾ ਟ੍ਰੇਨਿੰਗ ਨਹੀਂ ਹੈਗਾ ਜਾਂ ਉਹਨਾਂ ਕੋਲੇ ਨੈਨੀ ਦਾ ਐਕਸਪੀਰੀਅੰਸ ਨਹੀਂ ਹੈਗਾ, ਤੇ ਫਿਰ ਉਹ ਨਹੀਂ ਕਰ ਸਕਦੇ ਹੈਗੇ। ਕਿਉਂਕਿ ਜਿਹੜਾ ਨੈਕਸਟ ਕਾਲਰ ਦਾ ਸਵਾਲ ਵੀ ਸੀ ਕਿ ਉਹਨਾਂ ਨੇ ਨਰਸਿੰਗ ਕੀਤੀ ਹੈ ਤੇ ਉਹਨਾਂ ਦਾ ਐਕਸਪੀਰੀਅੰਸ ਵੀ ਹੈਗਾ, 5 ਬੈਂਡ ਨੇ, ਇਹ ਰਿਕੁਆਇਰਮੈਂਟਸ ਨੇ। ਸੋ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਕੇਅਰ ਗਿਵਰ ਦੇ ਤੌਰ ਤੇ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਘੱਟੋ ਘੱਟ 12 ਗ੍ਰੇਡ ਤੋਂ ਬਾਅਦ 1 ਸਾਲ ਪੋਸਟ ਸੈਕੰਡਰੀ ਐਜੂਕੇਸ਼ਨ ਵੀ ਹੋਣਾ ਚਾਹੀਦਾ, 5 ਬੈਂਡ ਅੰਗਰੇਜ਼ੀ 'ਚੋਂ ਵੀ ਹੋਣੇ ਚਾਹੀਦੇ ਨੇ, ਤੇ ਜਾਂ ਉਹਦੇ ਕੋਲੇ ਸਾਲ ਦਾ ਐਕਸਪੀਰੀਅੰਸ ਹੋਵੇ ਮਿਨੀਮਮ, ਜਾਂ ਉਹਦੇ ਕੋਲੇ ਟ੍ਰੇਨਿੰਗ ਹੋਣੀ ਚਾਹੀਦੀ ਹੈ। ਸੋ ਉਹਨਾਂ ਦੱਸਿਆ ਕਿ MA B.Ed ਹੈਗੇ ਨੇ, ਪਰ ਉਹਨੇ ਦੱਸਿਆ ਉਹਨਾਂ ਕੋਲੇ ਕੋਈ ਕੇਅਰ ਗਿਵਰ ਦੀ ਟ੍ਰੇਨਿੰਗ ਹੈ ਜਾਂ ਉਹਨਾਂ ਕੋਲੇ ਕੇਅਰ ਗਿਵਰ ਦਾ ਐਕਸਪੀਰੀਅੰਸ ਹੈ। ਸੋ ਜੇ ਉਹ ਫਾਰਮਰ ਨੇ ਤੇ ਫਿਰ ਉਹ ਜੇ ਉਹਨਾਂ ਕੋਲੇ ਟ੍ਰੇਨਿੰਗ ਜਾਂ ਉਹ ਨਹੀਂ ਹੈਗਾ ਤਾਂ ਉਹ ਨਹੀਂ ਕਰ ਸਕਦੇ। ਜਿਹੜਾ ਦੂਜਾ ਸਵਾਲ ਸੀ ਕਾਲਰ ਦਾ, ਉਹਨਾਂ ਨੇ ਦੱਸਿਆ ਸੀ ਕਿ ਨਰਸਿੰਗ ਕੀਤੀ ਹੈ ਤੇ ਐਕਸਪੀਰੀਅੰਸ ਹੈ, 5 ਬੈਂਡ ਨੇ, ਉਹ ਬਿਲਕੁਲ ਆਈਡੀਅਲ ਕੈਂਡੀਡੇਟ ਨੇ, ਉਹਨਾਂ ਨੂੰ ਕਿਸੇ ਹੋਰ ਟ੍ਰੇਨਿੰਗ ਦੀ ਜਾਂ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈਗੀ ਹੈ। ਹਾਂ, ਜਿਹੜੇ ਇੰਡੀਵਿਜੂਅਲ ਨੇ ਇੱਥੇ ਬੁਲਾਉਣਾ ਉਹਨਾਂ ਨੂੰ, ਉਹਦੇ ਘਰੇ ਬੱਚੇ ਜਾਂ ਬਜ਼ੁਰਗ ਹੋਣੇ ਜ਼ਰੂਰੀ ਨੇ ਜੀ। ਸੋ ਉਸੇ ਹਿਸਾਬ ਨਾਲ ਇਨਕਮ ਚਾਹੀਦੀ ਹੈ। ਸੋ ਜੇ ਹਸਬੈਂਡ ਵਾਈਫ ਤੇ ਬੱਚਾ ਹੈ
ਘੱਟੋ ਘੱਟ 68,000 ਉਹਨਾਂ ਦੀ ਇਨਕਮ ਹੋਣੀ ਚਾਹੀਦੀ ਹੈ। ਨਾਲ ਉਹਨਾਂ ਦਾ ਸਪਲੀਮੈਂਟਰੀ ਸਵਾਲ ਸੀ ਕਿ ਉਹਨਾਂ ਦੇ ਇੰਗੇਜਮੈਂਟ ਹੋਈ ਹੈ ਤੇ ਉਹਦਾ ਇਕੱਲੇ ਦਾ ਕੇਸ ਲੱਗੂ ਜਾਂ ਉਹਦੇ ਫਿਆਂਸੇ ਦਾ ਵੀ ਲੱਗੂਗਾ। ਤਾਂ ਨਹੀਂ ਜੀ, ਜੇ ਇੰਗੇਜਮੈਂਟ ਦਾ ਮਤਲਬ ਉਹ ਹਾਲੇ ਮੈਰਿਡ ਨਹੀਂ ਹੈਗੇ ਤਾਂ ਉਹਦਾ ਇਕੱਲੇ ਦਾ ਹੀ ਕੇਸ ਲੱਗੂਗਾ। ਪਰ ਜੇ ਉਹਨਾਂ ਦਾ ਵਿਆਹ ਇਸ ਦੌਰਾਨ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਜਿਹੜੀ ਹਸਬੈਂਡ ਦੀ ਓਪਨ ਵਰਕ ਪਰਮਿਟ ਐਪਲੀਕੇਸ਼ਨ ਆ ਉਹ ਵੀ ਨਾਲ ਹੀ ਲੱਗ ਜਾਣੀ ਹੈ। ਤੇ ਤਰ੍ਹਾਂ ਨੂੰ ਵਰਕ ਪਰਮਿਟ ਤਾਂ ਮਿਲੂਗਾ ਜੇ ਉਹ ਪਰਮਨੈਂਟ ਰੈਜ਼ੀਡੈਂਸ ਲਈ ਐਲੀਜੀਬਲ ਹੈ। ਸੋ ਇਹ ਵੀ ਰਿਕੁਆਇਰਮੈਂਟ ਹੈ ਕਿ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ ਜੇ ਉਹ ਪੀਆਰ ਲਈ ਐਲੀਜੀਬਲ ਨਹੀਂ ਹੈਗੇ। ਸੋ ਇਹ ਪਹਿਲਾਂ ਹੀ ਡਿਸਾਈਡ ਕਰ ਦਿੱਤਾ ਜਾਊਗਾ ਕਿ ਜੇ ਇੰਡੀਵਿਜੂਅਲ ਉਰੇ ਆਊਗਾ, ਜੇ ਉਹ ਪਰਮਨੈਂਟ ਰੈਜ਼ੀਡੈਂਸ ਲਈ ਐਲੀਜੀਬਲ ਹੈ ਉਹਨੂੰ ਤਾਂ ਹੀ ਆਉਣ ਦਿੱਤਾ ਜਾਵੇ। ਜਦੋਂ 2 ਸਾਲ ਕੰਮ ਕਰ ਲੈਂਦੇ ਆ ਉਸ ਤੋਂ ਬਾਅਦ ਉਹ ਨਾਲ ਦੀ ਨਾਲ ਪਰਮਨੈਂਟ ਰੈਜ਼ੀਡੈਂਟ ਹੋ ਜਾਊਗਾ। ਜੀ ਬਿਲਕੁਲ। ਇਸ ਤੋਂ ਬਾਅਦ ਆਪਾਂ ਬਾਇਓਮੈਟ੍ਰਿਕਸ ਦੇ ਬਾਰੇ ਵਿੱਚ ਗੱਲ ਕਰੀਏ, ਤੁਸੀਂ ਦੱਸ ਰਹੇ ਸੀ ਕਿ ਕੁਝ ਅਜ਼ੰਪਸ਼ਨਸ ਦਿੱਤੀਆਂ ਗਈਆਂ ਨੇ ਇਹਦੇ ਬਾਰੇ ਚ। ਬਿਲਕੁਲ, ਤਾਂ ਜਿੰਨੀਆਂ ਵੀ ਐਪਲੀਕੇਸ਼ਨਸ ਵਿਦਨ ਕੈਨੇਡਾ ਚੱਲ ਰਹੀਆਂ ਨੇ, ਕਾਲਰ ਦਾ ਵਿੱਚ ਸਵਾਲ ਵੀ ਆਇਆ ਸੀਗਾ ਜੀ, ਪਿਛਲੇ ਪ੍ਰੋਗਰਾਮਾਂ 'ਚ ਵੀ ਆਪਾਂ ਨੂੰ ਸਵਾਲ ਆਉਂਦੇ ਨੇ ਕਿ ਬਾਇਓਮੈਟ੍ਰਿਕਸ ਕਦੋਂ ਬਣਨਗੇ ਜੀ। ਸੋ ਜਿੰਨੀਆਂ ਟੈਂਪਰੇਰੀ ਰੈਜ਼ੀਡੈਂਟ ਐਪਲੀਕੇਸ਼ਨ ਨੇ, ਚਾਹੇ ਸਟੂਡੈਂਟ ਐਕਸਟੈਂਸ਼ਨ ਹੈ, ਚਾਹੇ ਉਹ ਵਰਕਰ ਐਕਸਟੈਂਸ਼ਨ ਹੈ, ਚਾਹੇ ਉਹ ਵਿਜ਼ਿਟਰ ਐਕਸਟੈਂਸ਼ਨ ਹੈ, ਸੋ ਹੁਣ ਜਿਹੜੀਆਂ ਨਵੀਆਂ ਅਰਜ਼ੀਆਂ ਲੱਗਣਗੀਆਂ ਜਾਂ ਪਹਿਲਾਂ ਦੀਆਂ ਅਰਜ਼ੀਆਂ ਲੱਗੀਆਂ ਹੋਈਆਂ ਨੇ, ਸੋ ਉਹਨਾਂ ਨੂੰ ਬਾਇਓਮੈਟ੍ਰਿਕ ਤੋਂ ਐਗਜ਼ੈਂਪਟ ਹੈ ਜਿਹੜਾ ਉਹ ਕਰ ਦਿੱਤਾ ਗਿਆ। ਪਰ ਇਹ ਵਿਦਨ ਕੈਨੇਡਾ ਐਪਲੀਕੇਸ਼ਨ ਨੇ। ਸੋ ਜੇ ਤੁਸੀਂ ਕੈਨੇਡਾ ਦੇ ਅੰਦਰੋਂ ਵਿਜ਼ਿਟਰ ਐਕਸਟੈਂਸ਼ਨ ਲਈ ਐਪਲੀਕੇਸ਼ਨ ਲਾਈ ਹੈ, ਸਟੱਡੀ ਪਰਮਿਟ ਲਈ ਲਾਈ ਹੈ ਜਾਂ ਵਰਕਰ ਐਕਸਟੈਂਸ਼ਨ ਲਈ ਲਾਈ ਹੈ, ਫਿਰ ਤੁਹਾਨੂੰ ਇਸ ਤੋਂ ਐਗਜ਼ੈਂਪਟ ਕਰ ਦਿੱਤਾ ਗਿਆ। ਪਰ ਜਿਹੜੀਆਂ ਵੀ ਐਪਲੀਕੇਸ਼ਨਸ ਕੈਨੇਡਾ ਤੋਂ ਬਾਹਰ ਨੇ ਉਹਨਾਂ ਨੂੰ ਐਗਜ਼ੈਂਪਟ ਨਹੀਂ ਕੀਤਾ ਗਿਆ। ਸੋ ਤੁਸੀਂ ਵਿਜ਼ਿਟਰ, ਸਟੂਡੈਂਟ, ਵਰਕਰ ਦੇ ਤੌਰ ਤੇ ਕੈਨੇਡਾ ਤੋਂ ਬਾਹਰੋਂ ਆਉਣਾ ਚਾਹੁੰਦੇ ਹੋ, ਆਊਟਸਾਈਡ ਕੈਨੇਡਾ ਐਪਲੀਕੇਸ਼ਨ ਕੀਤੀ ਹੈ, ਫਿਰ ਤੁਹਾਨੂੰ ਇਹ ਬਾਇਓਮੈਟ੍ਰਿਕ ਕਰਾਉਣੀ ਪੈਣੀ ਹੈ। ਤੇ ਇੱਕ ਇਹਦੇ ਨਾਲ ਹੋਰ ਐਡ ਕੀਤਾ ਗਿਆ ਹੈ, ਜੇ ਤੁਹਾਨੂੰ ਸਪੈਸੀਫਿਕਲੀ ਆਸਕ ਕੀਤਾ ਜਾਂਦਾ ਹੈ ਕਿ ਤੁਸੀਂ ਬਾਇਓਮੈਟ੍ਰਿਕ ਰਿਕੁਆਇਰਡ ਹੋ, ਫਿਰ ਵੀ ਤੁਹਾਨੂੰ ਕਰਨਾ ਪੈਣਾ ਹੈ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਪਲੀਜ਼ ਆਪਣੇ ਟੀਵੀ ਸਕਰੀਨ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਓ ਪਲੀਜ਼। ਅੱਛਾ, ਓਕੇ ਜੀ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਇਹ ਪੁੱਛਣਾ ਸੀ, ਅਸੀਂ ਯੂਐਸਏ ਤੋਂ ਬੋਲ ਰਹੇ ਹਾਂ। ਮੈਂ ਇਹ ਪੁੱਛਣਾ ਸੀ ਵੀ ਮੈਂ ਟਿਕਟ ਕਰਵਾਉਣੀ ਇੰਡੀਆ ਵਾਸਤੇ, ਮਤਲਬ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਰਜਿਸਟ੍ਰੇਸ਼ਨ ਕਿੱਥੇ ਕਰਵਾਉਣੀ ਹੈ। ਐਮਬੈਸੀ ਵਾਲੇ ਕਹਿੰਦੇ ਵੀ ਮੈਮ ਅੱਜ ਅਸੀਂ ਸਿਰਫ ਕਹਿੰਦੇ ਲੋੜ ਨਹੀਂ ਹੈ। ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਅਸੀਂ ਗੱਲ ਕਰ ਰਹੇ ਹਾਂ, ਯੂਐਸ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਗੱਲ ਨਹੀਂ ਕਰ ਰਹੇ। ਸੋ ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਕਾਲ ਕੀਤੀ ਆ। ਤੁਸੀਂ 6 ਵਜੇ ਕਾਲ ਕਰ ਸਕਦੇ ਹੋ, ਉਸ ਦੌਰਾਨ ਅਸੀਂ ਮੇਬੀ ਤੁਹਾਨੂੰ ਕੋਈ ਜਾਣਕਾਰੀ ਦੇ ਦਈਏ। 6 ਵਜੇ ਵਾਲੇ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ ਤੁਸੀਂ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਲੀਜ਼ ਆਪਣੇ ਟੀਵੀ ਦੀ ਆਵਾਜ਼ ਨੂੰ ਘੱਟ ਕਰ ਦਿਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਬਰੈਂਪਟਨ ਤੋਂ ਹੀ ਬੋਲ ਰਿਹਾ ਜੀ। ਮੇਰਾ ਇੱਕ ਕੁਐਸਚਨ ਸੀਗਾ, ਮੈਂ ਲਾਸਟ ਦਸੰਬਰ 'ਚ ਟੋਰਾਂਟੋ ਆਇਆ ਸੀਗਾ ਜੀ, ਤੇ ਮੇਰਾ ਮਾਰਚ ਦੇ ਵਿੱਚ ਵਰਕ ਪਰਮਿਟ ਅਪਲਾਈ ਕੀਤਾ ਸੀ ਜੀ, ਆਫਿਸ ਐਡਮਿਨਿਸਟ੍ਰੇਸ਼ਨ ਦਾ, ਤੇ ਉਹਦਾ ਪ੍ਰੋਸੈਸ ਸਾਰਾ ਹੋ ਗਿਆ ਸੀ। ਮੈਂ ਉਹਦੀ ਵੇਟ ਕਰ ਰਿਹਾ, ਉਹਨੂੰ ਕਿੰਨਾ ਕੁ ਸਮਾਂ ਲੱਗ ਸਕਦਾ, ਮੇਰਾ ਕੁਐਸਚਨ ਸੀਗਾ ਜੀ। ਤੁਸੀਂ ਵਿਜ਼ਿਟਰ ਦੇ ਤੌਰ ਤੇ ਆਏ ਸੀ ਤੇ ਤੁਸੀਂ ਵਰਕ ਪਰਮਿਟ ਵਿਦਨ ਕੈਨੇਡਾ ਨਹੀਂ ਕਰ ਸਕਦੇ ਸੀ, ਇਹ ਕਿਹੜੀ ਐਪਲੀਕੇਸ਼ਨ ਲਾਈ ਹੈਗੀ ਹੈ ਜੀ ਤੁਸੀਂ? ਆਫਿਸ ਐਡਮਿਨਿਸਟ੍ਰੇਸ਼ਨ ਦਾ ਜੀ। ਮੈਨੂੰ ਕੰਪਨੀ ਵੱਲੋਂ ਲੈਟਰ ਮਿਲ ਗਈ ਸੀਗੀ, ਉਹਨਾਂ ਦੀ ਵੀ ਜਿਹੜੀ ਉਹ ਹੁੰਦੀ ਆ, ਮਤਲਬ ਕਿ ਮੇਰਾ ਇੱਕ ਪਹਿਲਾਂ ਪ੍ਰੋਸੈਸ ਚੱਲਿਆ ਸੀਗਾ ਜਿਹੜਾ ਉਹਦੇ 'ਚ ਨਿਊਜ਼ਪੇਪਰ ਚੱਲਦਾ, ਉਸ ਤੋਂ ਬਾਅਦ ਉਹਨਾਂ ਦੀ ਇੰਟਰਵਿਊ ਹੋ ਗਈ ਸੀ ਕੰਪਨੀ ਜਿਹੜੇ ਓਨਰ ਨੇ, ਮੈਂ ਉਹਦੀ ਵੇਟ ਕਰ ਰਿਹਾ ਜੀ। ਹਾਂਜੀ, ਤੁਸੀਂ ਵਰਕ ਪਰਮਿਟ ਐਪਲੀਕੇਸ਼ਨ ਨਹੀਂ ਸੀ, ਉਹ LMIA ਲਈ ਐਪਲੀਕੇਸ਼ਨ ਸੀ। ਹਾਂਜੀ, ਉਹ ਤੁਹਾਡਾ ਕੇਸ ਨਹੀਂ ਸੀਗਾ, ਉਹ LMIA ਦੀ ਐਪਲੀਕੇਸ਼ਨ ਸੀਗੀ। ਸੋ ਜਿੰਨਾ ਚਿਰ LMIA ਅਪਰੂਵ ਨਹੀਂ ਹੁੰਦਾ ਹੈਗਾ, ਉਹਨਾਂ ਚਿਰ ਤੁਸੀਂ ਵਰਕ ਪਰਮਿਟ ਲਈ ਬਾਰਡਰ ਤੇ ਜਾ ਕੇ ਨਹੀਂ ਲੈ ਸਕਦੇ, ਕਿਉਂਕਿ ਤੁਸੀਂ ਮਾਰਚ 'ਚ ਆਏ ਹੋ ਤਾਂ ਤੁਸੀਂ ਮੈਂ ਦਸੰਬਰ 'ਚ ਆਇਆ ਸੀਗਾ ਜੀ, ਮਾਰਚ 'ਚ ਅਪਲਾਈ ਕੀਤਾ ਸੀ। ਹਾਂਜੀ, ਸੋ ਤੁਹਾਡਾ ਜੇ ਦਸੰਬਰ ਤੁਸੀਂ ਆਏ ਹੋ, ਤੁਸੀਂ ਆਲਰੇਡੀ 6 ਮਹੀਨੇ ਗੁਜ਼ਾਰ ਚੁੱਕੇ ਹੋ ਕੈਨੇਡਾ 'ਚੋਂ। ਤੁਹਾਡਾ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਹੈ ਜਿਹੜਾ, ਉਹਨੂੰ ਐਕਸਟੈਂਡ ਕਰਾਉਣ ਦੀ ਜ਼ਰੂਰਤ ਹੈ। ਜੇ ਉਹ ਐਕਸਟੈਂਡ ਨਹੀਂ ਹੋਊਗਾ ਤੇ ਫਿਰ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਬਾਰਡਰ ਤੇ ਜਾ ਕੇ। ਬਾਕੀ ਦਾ ਸਵਾਲ ਜੀ ਤੁਸੀਂ ਜੀ ਉਹ ਐਕਸਟੈਂਸ਼ਨ ਪਾਤੀ ਹੈ ਜੀ ਮੈਂ। ਹਾਂਜੀ, ਤੇ ਦੂਜਾ ਜਿਹੜਾ LMIA ਐਪਲੀਕੇਸ਼ਨਸ ਨੇ, ਉਹਦੇ ਤੇ ਜਿਹੜਾ ਅਨਇੰਪਲੋਇਮੈਂਟ ਰੇਟ ਹੈਗਾ ਉਹ ਕਿਉਂਕਿ ਬਹੁਤ ਜ਼ਿਆਦਾ ਹੈਗਾ, ਤੇ ਕਈ ਕੈਟਾਗਰੀਜ਼ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਰੀ ਐਡਵਰਟਾਈਜ਼ ਕਰਨਾ ਪੈ ਰਿਹਾ ਹੈਗਾ ਜਾਂ ਫਿਰ ਹਾਇਰ ਵੇਜ ਜਿਹੜੀ ਦੇਣੀ ਪੈ ਰਹੀ ਹੈ। ਸੋ ਤੁਸੀਂ ਆਪਣੇ EMPLOYER ਨਾਲ ਚੈੱਕ ਕਰੋ ਜੀ ਕਿ ਉਸ ਅਰਜ਼ੀ ਦਾ ਕੀ ਬਣਿਆ। ਜੇ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੀ ਮਦਦ ਕਰੀਏ ਤਾਂ ਤੁਸੀਂ ਸਾਡੇ ਆਫਿਸ ਵੀ ਕਾਲ ਕਰ ਸਕਦੇ ਹੋ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ, ontario ਤੋਂ ਬੋਲ ਰਹੀ ਹਾਂ ਜੀ।
ਤੇ ਮੇਰਾ ਕੁਐਸਚਨ ਸੀ, ਮੇਰਾ ਬੇਟਾ ਹੈਗਾ 20 ਇਅਰਸ 올ਡ ਤੇ ਉਹ ਯੂਐਸ ਬੋਰਨ ਸੀਗਾ ਤੇ ਅਸੀਂ ਉਹ ਤੋਂ ਬਾਅਦ ਯੂਐਸ ਉਹਦਾ ਪਾਸਪੋਰਟ ਸੀਗਾ ਲਿਆ ਸੀ ਤੇ ਉਹ ਐਕਸਪਾਇਰ ਹੋ ਗਿਆ ਸੀ ਜਦੋਂ 5 ਸਾਲ ਦਾ ਸੀ ਤੇ ਉਹਦੇ ਡੈਡ ਸਿਟੀਜ਼ਨ ਸੀਗੇ ਕੈਨੇਡੀਅਨ, ਤਾਂ ਉਹ ਕੈਨੇਡੀਅਨ ਸਿਟੀਜ਼ਨ ਇੱਥੇ ਹੀ ਰਹਿ ਰਿਹਾ ਸੀ ਸਾਡੇ ਕੋਲ ਕੈਨੇਡਾ 'ਚ ਤੇ ਉਹ 20 ਈਅਰ 올ਡ ਆ ਤੇ ਉਹਦੇ ਕਿਤੇ ਯੂਐਸ ਦਾ ਉਹਦੇ ਕੋਲ ਹੋਰ ਕੋਈ ਪੇਪਰ ਨਹੀਂ ਹੈਗਾ ਕਿ ਬਰਥ ਸਰਟੀਫਿਕੇਟ ਤੋਂ ਇਲਾਵਾ ਉਹਦਾ ਸਟੇਟਸ ਖਰਾਬ ਤਾਂ ਨਹੀਂ ਹੋ ਜਾਊਗਾ ਕਿ ਉਹ ਕਿਵੇਂ ਡਿਊਲ ਸਿਟੀਜ਼ਨਸ਼ਿਪ ਕਿਵੇਂ ਲੈ ਸਕਦਾ ਹੈ? ਤੋ ਇਸ ਵੇਲੇ ਉਹ ਕੈਨੇਡੀਅਨ ਪਾਸਪੋਰਟ ਹੈ ਜੀ ਉਹਦੇ ਕੋਲ? ਉਹਦੇ ਕੋਲ ਹਾਂਜੀ ਕੈਨੇਡੀਅਨ ਪਾਸਪੋਰਟ ਹੈ ਜਿਹੜਾ ਕਿ ਯੂਐਸ ਐਕਸਪਾਇਰਡ ਹੈ, ਉਹ 5 ਸਾਲ ਦਾ ਸੀ ਉਦੋਂ ਐਕਸਪਾਇਰ ਹੋ ਗਿਆ ਸੀ ਜੀ। ਹਾਂਜੀ, ਕਿਉਂਕਿ ਉਹ ਬਾਈ ਬਰਥ ਯੂਐਸ ਸਿਟੀਜ਼ਨ ਹੈਗਾ ਜੀ, ਸੋ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਉਹਨੂੰ ਨਵਾਂ ਜਿਹੜਾ ਡਾਕੂਮੈਂਟ ਹੈ ਅਪਲਾਈ ਕਰਨਾ ਪੈਣਾ ਹੈਗਾ ਤੇ ਉਹ ਮਿਲ ਜੂਗਾ। ਤੁਸੀਂ ਜੇ ਉਹਦੀ ਮਦਦ ਚਾਹੁੰਦੇ ਹੋ ਸਾਡੇ ਆਫਿਸ ਕਾਲ ਕਰ ਸਕਦੇ ਹੋ। ਸੋ ਉਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੀ, ਜੋ ਯੂਐਸ ਬੋਰਨ ਹੈਗਾ ਤੇ ਕੈਨੇਡੀਅਨ ਸਿਟੀਜ਼ਨ ਉਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੀ। ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਸਾਗਾ ਤੇ ਬੋਲਦੇ ਪਈ ਹਾਂ ਜੀ। ਮੈਂ ਇੱਕ ਸਵਾਲ ਪੁੱਛਣਾ ਸੀ। ਐਕਚੁਅਲੀ ਨਾ ਮੈਂ ਆਪਣੇ ਹਸਬੈਂਡ ਦੇ ਨਾਲ ਮੇਰੇ ਇਨ-ਲॉज ਵਾਸਤੇ ਵੀ ਕੇਸ ਅਪਲਾਈ ਕੀਤਾ ਸੀ ਪੇਰੈਂਟਸ ਦੇ ਅੰਦਰ ਲਾਸਟ ਈਅਰ, ਬਟ ਨਾਓ ਆਈ ਵਾਂਟ ਟੂ ਆਲਸੋ ਕਾਲ ਮੇਰੇ ਪੇਰੈਂਟਸ, ਲਾਈਕ ਮੇਰੇ ਪੇਰੈਂਟਸ ਨੂੰ ਮੈਂ ਇੱਥੇ ਬੁਲਾਉਣਾ ਚਾਹੁੰਦੀ ਹਾਂ। ਤਾਂ ਬਿਕਾਜ਼ ਵੀ ਸ਼ੋਡ ਇਨਕਮ ਫॉर ਪਹਿਲਾਂ ਮਤਲਬ ਉਹਨਾਂ ਦੇ ਹਿਸਾਬ ਨਾਲ ਇਨਕਮ ਦਿਖਾਤੀ ਹੈ, ਡੂ ਆਈ ਸਟਿਲ ਨੀਡ ਟੂ ਹੈਵ ਇਨਕਮ ਨਾਓ ਫॉर ਮੋਰ ਪੀਪਲ ਕਿ ਉਸੇ ਇਨਕਮ ਚ ਆਈ ਕੈਨ ਆਲਸੋ ਕਾਲ ਮਾਈ ਪੇਰੈਂਟਸ? ਨਹੀਂ ਜੀ, ਜਿਉਂ ਬੰਦੇ ਵੱਧਦੇ ਜਾਣਗੇ ਤਿਉਂ ਤੁਹਾਨੂੰ ਇਨਕਮ ਵੀ ਵਧਣੀ ਪੈਣੀ ਹੈਗੀ ਹੈ। ਸੋ ਜੇ ਤੁਸੀਂ ਹਸਬੈਂਡ ਵਾਈਫ ਸੀ, 2 ਪੈਰੈਂਟਸ ਨੂੰ ਬੁਲਾਇਆ, 4 ਜਾਣੇ, 2 ਪੈਰੈਂਟ ਤੁਹਾਡੇ ਹੋ ਗਏ 6 ਜਾਣੇ। ਸੋ ਜਿਸ ਦਿਨ ਤੁਸੀਂ ਐਪਲੀਕੇਸ਼ਨ ਕਰਨੀ ਹੈ ਉਸ ਦਿਨ ਤੋਂ ਪਿੱਛੇ ਸਾਰੇ 6 ਜਾਣਿਆਂ ਦੀ ਇਨਕਮ ਹੀ ਮੀਟ ਹੋਣੀ ਪਊਗੀ। ਜੇ ਉਹ 6 ਜਾਣਿਆਂ ਦੀ ਨਹੀਂ ਮੀਟ ਹੋਊਗੀ ਤਾਂ ਤੁਹਾਡਾ ਜਿਹੜਾ ਕੇਸ ਰਿਫਿਊਜ਼ ਹੋ ਜਾਊਗਾ, ਪਰ ਤੁਸੀਂ ਉਹਨੂੰ ਅਪੀਲ ਕਰ ਸਕਦੇ ਹੋ। ਜਦੋਂ ਤੁਸੀਂ ਅਪੀਲ ਕਰਦੇ ਹੋ ਉਹਨੂੰ ਤਾਂ ਅਪੀਲ ਦੇ ਸਮੇਂ ਤੋਂ ਪਿਛਲੇ 3 ਸਾਲ ਦੀ ਇਨਕਮ ਹੈ ਜਿਹੜੀ ਉਹ ਦੇਖੀ ਜਾਂਦੀ ਹੈ। ਸੋ ਚਾਹੇ ਰਿਗਾਰਡਲੈਸ ਮੀਟ ਕਰਦੇ ਹੋ ਜਾਂ ਨਹੀਂ ਕਰਦੇ, ਤੁਸੀਂ ਆਪਣੇ ਪੈਰੈਂਟਸ ਲਈ ਐਪਲੀਕੇਸ਼ਨ ਹੈ ਜ਼ਰੂਰ ਕਰ ਸਕਦੇ ਹੋ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ। ਤੇ ਸਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਗਭਗ ਅਸੀਂ ਅੱਜ ਕਾਫੀ ਕਾਲਸ ਅਟੈਂਡ ਕੀਤੀਆਂ ਨੇ ਤੇ ਲਾਸਟ ਕਾਲ ਅਸੀਂ ਲੈ ਰਹੇ ਹਾਂ ਜੀ, ਇਸ ਤੋਂ ਬਾਅਦ ਪ੍ਰੋਗਰਾਮ ਸਮਾਪਤੀ ਵਾਲਾ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਮਨਦੀਪ ਕੌਰ ਸੰਘਾ ਬੋਲ ਰਹੀ ਹਾਂ ਚੰਡੀਗੜ੍ਹ ਤੋਂ। ਜੀ ਮੈਮ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਪੁੱਛਣਾ ਚਾਹੁੰਦੀ ਸੀ, ਮੇਰੇ ਕੋਲ ਕੇਅਰਗਿਵਰ ਦਾ ਵਰਕ ਪਰਮਿਟ ਹੈਗਾ ਵਾ, ਸੋ 1 ਈਅਰ ਹੋ ਗਿਆ ਮੇਰੇ ਵਰਕ ਪਰਮਿਟ ਨੂੰ ਤੇ ਮੇਰੇ ਹਸਬੈਂਡ ਨੇ ਪਹਿਲਾਂ ਇੱਕ ਵਾਰੀ ਅਪਲਾਈ ਕੀਤਾ ਸੀ, ਉਦੋਂ ਮੇਰੇ 1 ਮੰਥ ਹੋਇਆ ਸੀ ਵਰਕ ਪਰਮਿਟ ਨੂੰ। ਉਹ ਮੇਰੇ ਨਾਲ ਹੀ ਰਹਿ ਰਹੇ ਨੇ, ਪਰ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਿਆ ਸੀ, ਪਰ ਉਹਨਾਂ ਨੂੰ 2 ਸਾਲ ਦੀ ਐਕਸਟੈਂਸ਼ਨ ਲੈਟਰ ਮਿਲੀ ਸੀਗੀ। ਕਿਉਂਕਿ ਮੈਂ ਦੁਬਾਰਾ ਅਪਲਾਈ ਕਰ ਸਕਦੀ ਹਾਂ ਓਪਨ ਵਰਕ ਪਰਮਿਟ ਜਾਂ ਸਾਨੂੰ ਕਦੋਂ ਮਿਲ ਸਕਦਾ? ਆਪਾਂ ਟੀਵੀ ਸਕਰੀਨ ਤੇ ਆਂਸਰ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਉਹ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੈਗੇ ਆ ਜੀ, ਕਿਉਂਕਿ ਉਹਨਾਂ ਦੀ ਜਿਹੜੀ ਜੌਬ ਹੈਗੀ ਆ ਉਹ A ਜਾਂ B ਕੈਟਾਗਰੀ 'ਚ ਨਹੀਂ ਆਉਂਦੀ ਹੈਗੀ। ਇਹ ਐਗਜ਼ੈਂਪਸ਼ਨ ਜਿਹੜੀ ਓਪਨ ਵਰਕ ਪਰਮਿਟ ਜਿਹੜੇ ਕੇਅਰ ਗਿਵਰਸ ਨੇ, ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਆਪਣੇ ਕੇਸ ਜੂਨ 2019 ਤੋਂ ਬਾਅਦ ਨਵੇਂ ਪ੍ਰੋਗਰਾਮ 'ਚ ਅਪਲਾਈ ਕਰੇ ਨੇ। ਇਹਨਾਂ ਨੇ ਦੱਸਿਆ ਕਿ ਇਹਨਾਂ ਕੋਲੇ ਸਾਲ ਤੋਂ ਪਹਿਲਾਂ ਦਾ ਵਰਕ ਪਰਮਿਟ ਹੈ। ਸੋ ਇਹ ਪਿਛਲੇ ਵਾਰ ਜਿਹੜਾ ਪੁਰਾਣਾ ਪ੍ਰੋਗਰਾਮ ਸੀ ਉਹ 'ਚ ਅਪਲਾਈ ਕੀਤਾ, ਸੋ ਹਸਬੈਂਡ ਉਹਦੇ ਲਈ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੈਗੇ ਜੀ। ਬਿਲਕੁਲ ਸਰ, ਆਖਰੀ ਸਵਾਲ ਸਿਰਫ ਸਾਨੂੰ ਫੇਸਬੁੱਕ ਤੇ ਕਾਫੀ ਮੈਸੇਜ ਆ ਰਿਹਾ, VFS ਕਦੋਂ ਖੁੱਲ ਸਕਦੇ ਆ? ਇਹ ਸੂਨ ਜੋ ਸਿਚੁਏਸ਼ਨ ਹੈ ਜੀ ਉਹਦੇ ਹਿਸਾਬ ਨਾਲ ਹੋ ਸਕਦਾ ਹੈ। ਕੁਝ VFS ਨੇ ਕੁਝ ਲਿਮਿਟਿਡ ਆਵਰਸ ਦੇ ਵਿੱਚੋਂ ਕੰਮ ਕਰਨਾ ਸ਼ੁਰੂ ਕੀਤਾ। ਸੋ ਜੋ ਇਮੀਗ੍ਰੇਸ਼ਨ ਵੱਲੋਂ ਕੋਈ ਪ੍ਰੋਸੈਸਿੰਗ ਹੈ ਉਹਨੂੰ ਅੱਗੇ ਪਾਸ ਆਨ ਕਰਨਾ ਸ਼ੁਰੂ ਕਰਿਆ, ਸੋ ਇਹ ਤੋਂ ਲੱਗਦਾ ਕਿ ਸੂਨ ਹੈ ਉਹ ਵੀ ਓਪਨ ਹੋ ਸਕਦੇ ਆ। ਬਿਲਕੁਲ ਜੀ, ਸਮਾਂ ਵੀ ਹੁਣ ਇਜਾਜ਼ਤ ਲੈਣ ਦਾ ਹੋ ਗਿਆ। ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਜਿਵੇਂ ਆਪਾਂ ਕਿੰਨੇ ਸਾਰੇ ਸਵਾਲ ਆਉਂਦੇ ਆ ਤਰਨ, ਸੋ ਇਹ ਸਵਾਲ ਕਈ ਵਾਰੀ ਬਹੁਤ ਜੈਨਰਿਕ ਹੁੰਦੇ ਨੇ, ਕਈ ਵਾਰੀ ਉਹ ਬਹੁਤ ਡਿਫਰੈਂਟ ਹੁੰਦੇ ਆ ਜੀ। ਸੋ ਮੈਂ ਆਲਵੇਜ਼ ਇਹ ਗੱਲ ਕਹਿਣਾ ਕਿ ਇਮੀਗ੍ਰੇਸ਼ਨ ਲਾਅ ਹੈਗਾ, ਸੋ ਤੁਸੀਂ ਕਿਸੇ ਦੀ ਗੱਲ ਸੁਣ ਕੇ ਉਹਦੇ ਤੇ ਆਪਦਾ ਫੈਸਲਾ ਨਾ ਕਰੋ। ਆਲਵੇਜ਼ ਇੱਕ ਕੰਪੀਟੈਂਟ ਐਡਵਾਈਸ ਹੈ ਜਿਹੜੀ ਉਹ ਜ਼ਰੂਰ ਸੀਕ ਕਰੋ ਜੀ। ਬਿਲਕੁਲ ਜੀ। ਤੇ ਸਰ ਬਹੁਤ ਬਹੁਤ ਧੰਨਵਾਦ, ਅੱਜ ਕਾਫੀ ਕਾਲਸ ਦੇ ਵੀ ਜਵਾਬ ਦਿੱਤੇ ਤੇ ਜਾਣਕਾਰੀ ਵੀ ਦਿੱਤੀ ਹੈ। ਥੈਂਕ ਯੂ ਸੋ ਮਚ। ਤੇ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਖੈਰਾ ਜੀ ਦੀ ਕੋਈ ਵੀ ਤੁਹਾਨੂੰ ਇਸ ਵਕਤ ਸੇਵਾਵਾਂ ਦੀ ਲੋੜ ਹੈ, ਉਹਨਾਂ ਦੇ ਨਾਮ ਦੇ ਨੀਚੇ ਨੰਬਰ ਲਿਖਿਆ ਹੋਇਆ ਸੀ, ਤੁਸੀਂ ਉੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।